माणी पीवो अमृत सदरो हर रंग जप्यो सारंग पानी। कह नानक सदा गावो एह सच्ची बाड़ी। वाहिगुरु जी मारू महला तीजा। सो चेते जिस आप चेताए गुर कै शब्द वसै मन आए। सो चेते जिस आप चेताए गुर कै शब्द वसै मन आए। आपे वेखै आपे बूझै आपे आप समाएंदा। जिन मन बिच बथ पाई सोई जानै गुर के शब्दे आप पछाणै। आप पछाणै सोई जन निर्मल बाणी शब्द सुनाएंदा। एक आया पवित है शरीर गुर शब्दी चेतै गुणी गहीर। आन दिन गुण गावै रंग राता गुण कह गुणी समाएंदा। ए शरीर सब मूल है माया दूजे पाए परम बुलाया। हर ना चेतै सदा दुख पाए बिन हर चेते दुख पाएंदा। हर ना चेतै सदा दुख पाए बिन हर चेते दुख पाएंदा। वाहिगुरु जी का खालसा वाहिगुरु जी की फतेह। परम सन्मान जो गुरु प्यारी गुरु सवारी सत संगत जीओ आप जी वਡਭਾਗੀ हो बाला प्रीतम 8वें पातशाह ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋ ਕੇ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਰੱਬੀ ਬਾਣੀ ਦੇ ਰਸ ਪੀਨੇ ਕੀਰਤਨ ਆਸਾ ਜੀ ਕੀ ਵਾਰ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਬਣਾ ਰਹੇ ਸੀ। ਲੜੀਵਾਰ ਸ਼ਬਦ ਆਪ ਜੀਆਂ ਨੇ ਸ਼ਰਵਣ ਕੀਤਾ ਹੈ। ਆਓ ਇਸ ਸ਼ਬਦ ਦੀ ਵਿਆਖਿਆ ਵਿਚਾਰ ਸ਼ਰਵਣ ਕਰੀਏ। ਵਿਆਖਿਆ ਵਿਚਾਰ ਸ਼ਰਵਣ ਕਰਾ ਰਹੇ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਪਾਲ ਵੀਰ ਸਿੰਘ ਜੀ ਜਲੰਧਰ ਵਾਲੇ। ਆਓ ਇਹਨਾਂ ਪਾਸੋਂ ਗੁਰ ਸ਼ਬਦ ਦੀ ਵਿਚਾਰ ਇਕਾਗਰਚਿਤ ਹੋ ਕੇ ਸ਼ਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं नाही कछ हाओ नाही किछ आहे ना मोरा। अवसर लज्जा
ਰਾਖ ਲੇਹੋ। ਸਦਨਾ ਜਨ ਤੋਰਾ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ। ਮੇਰਾ ਕਰਮ ਕੁਟਿਲਤਾ ਜਨਮ ਕੁਭਾਤੀ। ਰਾਮ ਗੁਸਈਆ ਜੀ ਕੇ ਜੀਵਨਾ। ਮੋਹ ਨਾ ਵਿਸਾਰੋ ਮੈਂ ਜਨ ਤੇਰਾ। ਮੇਰੀ ਹਰੋ ਬਿਪਤ ਜਨ ਕਰਹੁ ਸੰਭਾਈ। ਚਰਨ ਨਾ ਛਾਡਉ ਸਰੀਰ ਕਲ ਜਾਈ। ਕਹਿ ਰਵਿਦਾਸ ਪਰਉ ਤੇਰੀ ਸਾਂਭਾ। ਵੇਗ ਮਿਲੋ ਜਨ ਕਰ ਨਾ ਬਿਲੰਬਾ। ਕਹਿ ਰਵਿਦਾਸ ਪਰਉ ਤੇਰੀ ਸਾਂਭਾ। ਵੇਗ ਮਿਲੋ ਜਨ ਕਰ ਨਾ ਬਿਲੰਬਾ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਗੁਰਗੱਦੀ ਤੇ ਬਿਰਾਜਮਾਨ ਚਵਰ ਛਤਰ ਤਖਤ ਦੇ ਮਾਲਕ ਜਾਹਰਾ ਜਹੂਰ ਹਾਜ਼ਰਾ ਹਜੂਰ। ਬਾਣੀ ਦੇ ਬੋਹਿਤ ਨਾਮ ਦੇ ਜਹਾਜ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ। ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਵਡਭਾਗੀ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਮਿਹਰਾਮਤ ਸਦਕਾ ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਮੁਬਾਰਕ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨ ਦੀ ਆਪ ਹਾਜ਼ਰੀ ਭਰ ਰਹੇ ਹੋ। ਦੇਸ਼ ਵਿਦੇਸ਼ ਦੇ ਰਾਹੀਂ ਮੀਡੀਆ ਦੇ ਰਾਹੀਂ ਦੇਸ਼ ਵਿਦੇਸ਼ ਵਿੱਚ ਜੁੜੀ ਹੋਈ ਸਾਧ ਸੰਗਤ ਵਡਭਾਗੀ ਹੋ। ਸਤਿਗੁਰੂ ਮਹਾਰਾਜ ਜੀ ਦੀ ਚੱਲ ਰਹੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਸਰਵਨ ਕਰੇ। ਗੁਰਦੇਵ ਦੇ ਪਾਵਨ ਚਰਨਾਂ ਦਾ ਧਿਆਨ ਧਰ ਰਹੇ ਹੋ। ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਮਾਰੂ ਰਾਗ ਦੇ ਅੰਦਰ ਸਤਿਗੁਰੂ ਜੀ ਦੇ ਇਸ 21ਵੇਂ ਸ਼ਬਦ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਇਸ ਪਾਵਨ ਸ਼ਬਦ ਦੇ 8 ਪਦਿਆਂ ਦੀ ਵਿਚਾਰ ਆਪ ਜੀ ਸਰਵਨ ਕਰ ਚੁੱਕੇ ਹੋ। ਆਓ ਅਗਲੇ ਪਦਿਆਂ ਦੀ ਵਿਚਾਰ ਆਪ ਸਰਵਨ ਕਰਨ ਦੀ ਕਿਰਪਾਲਤਾ ਕਰੋ। ਇਕਾਗਰਤਾ ਬਖਸ਼ਦੇ ਹੋਏ ਮਨ ਬਿਰਤੀਆਂ ਜੋੜਦੇ ਹੋਏ ਫਤਿਹ ਬੁਲਾ ਕੇ ਹਾਜ਼ਰੀ ਲਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਪਾਵਨ ਸ਼ਬਦ ਦੇ 9ਵੇਂ ਪਦੇ ਦੇ ਅੰਦਰ ਬਚਨ ਕਰਦੇ ਹਨ। ਸੋ ਚੇਤੇ ਜਿਸ ਆਪ ਚੇਤ ਆਏ ਗੁਰ ਕੈ ਸ਼ਬਦ ਵਸੈ ਮਨ ਆਏ। ਸੋ ਚੇਤੇ ਜਿਸ ਆਪ ਚੇਤ ਆਏ। ਚੇਤਾਏ ਦਾ ਅਰਥ ਹੈ ਕਿਸੇ ਨੂੰ ਯਾਦ ਕਰਾਉਣਾ। ਚੇਤਨਾ ਦਾ ਅਰਥ ਹੈ ਯਾਦ ਕਰਨਾ। ਚੇਤਨਾ ਹੈ ਤਉ ਚੇਤ ਲੈ ਨਿਸਤਿਨ ਮੈਂ ਪ੍ਰਾਣੀ
छिन छिन औद बिहात है, फूटे घट ज्यों पानी। हर चेत मन मेरे तू गुर का शब्द कमाए। सतगुरु सच्चे पातशाह जी की बाणी के अंदर लफज चेत, आराध, ध्या, सिमर, जप, ये सारे लफज जिहड़े क्रियावाची लफज ने। क्रियावाची लफज के अंदर सतगुरु सच्चे पातशाह जी ने एक काम जिहड़ा आत्मक जीवन के अंदर कामयाबी वास्ते वह है चेतना, वह है आराधना, वह है ध्याना, वह है जपना, वह है सिमरना। ये सारियां इक्को ही चीज़ां ने। चाहे चेत कह लो, चाहे आराध कह लो, चाहे ध्या कह लो, चाहे जप कह लो, चाहे सिमर कह लो, मतलब एक मानसिक क्रिया है। जिस तरीके असी शरीर नाल काम करते हैं तो दुनियावी तौर के उत्ते सानू किसी बाहरी वस्तु की प्राप्ति हुंदी है, इस तरीके परमात्मा की प्राप्ति वास्ते जीवन के अंदर आत्मक तौर के उत्ते उचाई नूं प्राप्त करने वास्ते जिहड़ी मन की साधना है, जिहड़ा मन का कर्म है, वह है चेतना, वह है ध्याना, वह है सिमरना, वह है जप करना। आम तौर के उत्ते बंदा जदों किसी चीज़ नूं भुल जाता है तो फिर उन्होंने कोई ना कोई दूजी हस्ती जिहड़ी है वो याद कराउंदी है, चेताउंदी है। असी संसारी जीव इस ग्रस्थ के अंदर माया के धंधियां के अंदर वेखण नूं चंगे भले लगते हैं, वेखण नूं ठीक ठाक लगते हैं, खांदे पींदे हाँ, देखते सुनते हैं, तुरते फिरते हाँ, काम कार करते हैं। आम तौर के उत्ते बंदा यही कह दिंदा भी देखो फलाना बंदा खांदा पींदा, देखदा तुरदा सुनदा, सारा कुछ तो ठीक है, कमांदा भी है, खांदा भी है, तुरदा फिरदा भी है, देखदा सुनदा भी है, परिवार भी पैदा करता है, उहदे च तां कोई कमी नहीं। पर बुनियादी तौर के उत्ते मैं बेनती करा, असी बहुत वड्डी कमी का शिकार हाँ। असी इस मनुखा जिंदगी के अंदर बहुत वड्डे अपने मुकाम तो डिगे हुए हाँ। साडी जिहड़ी अपनी हस्ती है, जिहड़ी साडी अपनी ओरिजिनैलिटी है, जिहड़ी साडी अपनी असलीयत है, असी उस तो ही गैर वाकफ हाँ, असी उस तो ही अनजान हाँ। दुनियावी तौर के उत्ते देखते तुरते सुनते फिरते खांदे पींदे, इसका मतलब ये नहीं है कि जिंदगी के अंदर असी सारा कुछ प्राप्त कर लिया। बहुत कुछ ऐसा है जिहड़ा प्राप्त करना अजे बाकी है। सतगुरु सच्चे पातशाह जी ने बाणी के अंदर एक गल दृढ़ कराई, भाई तू अपने मन के अंदर ये गल चित विच वसा दृढ़ कर कि असल दे अंदर तू उस अकाल पुरख वाहिगुरु दी अंश है। ਜਿਹੜੀਆਂ ਗੱਲਾਂ मालक की किरपा ਦੇ ਨਾਲ ਸਾਨੂੰ ਮਨੁੱਖਾ जीवन के अंदर प्राप्त हो ਸਕਦੀਆਂ ਨੇ। ਸਾਨੂੰ कोई बचपन की गल पुछे, असी ਆਪਾਂ ਕਵਾਂਗੇ ਜਦੋਂ ਦੀ ਅਸੀਂ होश संभाली है उदों ਦੀਆਂ कुछ ਗੱਲਾਂ याद है, पर ਜਦੋਂ होश नहीं संभाली सी उदों ਦੀ ਕਿਹੜੀ ਗੱਲ याद है। देखो साडे होश संभालण दे समय सार ही सानू एक बड़ी वड्डी होश भुल गई। आम तौर के उत्ते बंदे नूं जिसला बंदा होश संभालदा इन्हां नूं बहुत कुछ पता लगता है, पर जदों असी होश संभाली साडे कोल बहुत कुछ विसर गया। सतगुरु सच्चे पातशाह की बाणी के अंदर कहते जां तिस भाणा तां जम्मिया, परिवार भला पाया, लिव छुड़की लगी तृष्णा, माया अमर वरताया, ये माया जित हर विसरै। कहता मैं जदों दी होश संभाली है, तू होश संभाली तो बहुत कुछ भुल गया। तेरा दुनिया की होश संभालना ही एक जिंदगी के अंदर बड़ी वड्डी ऐसी घटना सी जिहदे नाल तू बहुत कुछ भुल गया। जिहड़ी तेरी लिव मालक के चरणों के अंदर सी, तू अपने आत्मिक स्वरूप नूं भुल गया, तू अपनी आत्मिक हस्ती नूं भुल गया। ते उस आत्मिक स्वरूप की, उस आत्मिक हस्ती की सूझ बूझ प्राप्त करना जिंदगी के अंदर ये मालक ने सानू लाइफ टास्क दिता, सानू जिंदगी का मकसद दिता। खाना पीना तुरना फिरना ये तो इस तरीके है जिवें बच्चे नूं आपां स्कूल पढ़न वास्ते भेजदे ते उहनूं जेब खर्च दिंदे, पॉकेट मनी दिंदे। भेजदे काहदे वास्ते आ? पढ़न वास्ते भेजदे आ, सिर्फ पॉकेट मनी खर्च करने वास्ते नहीं भेजदे। असीं सारी पॉकेट मनी तो खर्च कर रहे हैं पर पढ़न वाला काम नहीं कर रहे। इस संसार के सुख अर्जित करने, धीआं पुत्रां की परवरिश करनी, महल माड़ियां बनाणियां, खाण पाण के 36 किस्म के पदार्थ छकने, ये सिर्फ मालक वालों दिता होया जिहड़ा रिजक है, इस मनुखा जिंदगी नूं यापन करने वास्ते, बतीत करने वास्ते वाहिगुरू ने जिहड़ी सानू ये पॉकेट मनी दिती है ना, जेब खर्च दिता है, असीं यही खर्ची जाने हैं। पर सानू ये नहीं पता कि असीं इस दुनिया के अंदर करन की आए हैं। ये साडी जिंदगी का एक बहुत वड्डा मकसद, एक बड़ी देर तो अधूरा पिया काम है।
ਤੇ ਉਹ ਕੰਮ ਹੈ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੂਲ ਦੀ ਪਛਾਣ ਕਰਨ ਅਸੀਂ ਆਏ ਹਾਂ। ਸਾਡੀ ਹਸਤੀ, ਜਿਸ ਨੂੰ ਅਸੀਂ ਹਸਤੀ ਸਮਝਦੇ ਹਾਂ, ਆਪਣੀ ਹਸਤੀ ਬਾਰੇ ਹੀ ਅਸੀਂ ਸਭ ਤੋਂ ਜ਼ਿਆਦਾ ਅਣਜਾਣ ਹਾਂ। ਗੁਰੂ ਮਹਾਰਾਜ ਸਾਡੀ ਹਸਤੀ ਨੂੰ ਹੀ ਬੁਨਿਆਦੀ ਤੌਰ ਦੇ ਉੱਤੇ ਚੈਲੰਜ ਕਰਦੇ ਨੇ। ਜੋ ਅਸੀਂ ਸਮਝ ਰਹੇ ਆਪਣੇ ਆਪ ਨੂੰ, ਅਸੀਂ ਉਹ ਹੈ ਹੀ ਨਹੀਂ। ਜੋ ਹਾਂ ਉਹ ਸਾਨੂੰ ਪਤਾ ਹੀ ਨਹੀਂ। ਜਿੱਥੇ ਪਹੁੰਚਣਾ ਉਸ ਦੀ ਸੂਝ ਨਹੀਂ। ਜਿੱਥੇ ਪਹੁੰਚੇ ਬੈਠੇ ਹਾਂ ਉੱਥੇ ਪਹੁੰਚਿਆ ਕਿਸੇ ਕੰਮ ਦਾ ਨਹੀਂ ਹੈ। ਪਹੁੰਚਦਾ ਬੰਦਾ ਉਹ ਹੈ ਜਿੱਥੇ ਮਾਲਕ ਦੀ ਕਿਰਪਾ ਦੇ ਨਾਲ ਉਸ ਦੇ ਹਿਰਦੇ ਦੇ ਅੰਦਰ ਬ੍ਰਹਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਉਹ ਮਾਲਕ ਨਾਲ ਇੱਕਮਿਕ ਹੋ ਜਾਂਦਾ ਹੈ। ਉਸ ਵਾਹਿਗੁਰੂ ਦੇ ਨਾਲ ਜੁੜ ਕੇ ਆਪਣੀ ਹਸਤੀ ਨੂੰ ਉਸ ਪਰਮ ਹਸਤੀ ਦੇ ਅੰਦਰ ਲੀਨ ਕਰ ਦਿੰਦਾ। ਉਸ ਮਰਾਤਬੇ ਤੇ ਪਹੁੰਚਿਆ ਹੋਇਆ ਬੰਦਾ ਜਦੋਂ ਆਪਣੇ ਜੀਵਨ ਦੇ ਅੰਦਰ ਝਾਤੀ ਮਾਰਦਾ ਨਾ, ਤਾਂ ਉਹ ਇਹੀ ਗੱਲ ਕਹਿੰਦਾ ਹੈ ਕਿ ਅਸਲ ਦੇ ਅੰਦਰ ਜਿਸ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਆਪ ਕਿਰਪਾ ਕਰੇ, ਇਹ ਸਭ ਤੋਂ ਵੱਡੀ ਦਾਤ ਜ਼ਿੰਦਗੀ ਦੇ ਅੰਦਰ ਉਸ ਨੂੰ ਮਿਲਦੀ ਹੈ। ਸਾਨੂੰ ਸਾਰਿਆਂ ਨੂੰ ਰੱਬ ਨੇ ਬਣਾਇਆ ਹੈ। ਆਪੇ ਭਾਂਡੇ ਸਾਜਿਓ ਨ ਆਪੇ ਪੂਰਨ ਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਰੇ ਭਾਂਡੇ ਪ੍ਰਮਾਤਮਾ ਦੇ ਆਪ ਸਾਜੇ ਹੋਏ ਨੇ, ਇਹਨਾਂ ਨੂੰ ਭਰਦਾ ਵੀ ਆਪ ਹੀ ਹੈ। ਇੱਕ ਨੀ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਖੜੇ, ਇੱਕ ਨਿਹਾਲੀ ਪੈ ਸਵਨ, ਇੱਕ ਉੱਪਰ ਰਹਿਣ ਖੜੇ, ਤਿੰਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ। ਭਾਂਡੇ ਬਣਾਏ ਸਾਰੇ ਨੇ, ਕਰਮ ਬੰਧਨ ਵਿੱਚ ਸਾਰੇ ਨੇ, ਪਰ ਸਵਾਰਦਾ ਉਹਨੂੰ ਹੈ ਜਿਹਨੂੰ ਆਪ ਆਪਣੀ ਕਿਰਪਾ ਕਰਦਾ ਹੈ। ਤਿੰਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ। ਜਿਨ੍ਹਾਂ ਦੇ ਉੱਤੇ ਨਦਰ ਕਰਦਾ, ਜਿਨ੍ਹਾਂ ਦੇ ਉੱਤੇ ਕਿਰਪਾ ਕਰਦਾ ਹੈ। ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਆਇਆ। ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਨਾਇਆ। ਸਤਿਗੁਰ ਜੀਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸੁਭਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨੀ ਵਿੱਚੋਂ ਆਪ ਗਵਾਇਆ, ਜਿਨੀ ਸੱਚੋ ਸੱਚ ਬੁਝਾਇਆ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਸੋ ਚੇਤੇ ਜਿਸ ਆਪ ਚਿਤਾਏ, ਗੁਰ ਕੈ ਸ਼ਬਦ ਵਸੇ ਮਨ ਆਏ। ਕਿਹਨੂੰ ਚਿਤਾਉਂਦਾ ਹੈ? ਜਿਹਨੂੰ ਗੁਰੂ ਨਾਲ ਜੋੜਦਾ, ਜਿਹਨੂੰ ਗੁਰੂ ਦੇ ਸ਼ਬਦ ਨਾਲ ਜੋੜਦਾ, ਜਿਹਨੂੰ ਗੁਰੂ ਕੀ ਬਾਣੀ ਨਾਲ ਜੋੜਦਾ ਹੈ। ਸਤਿਗੁਰੂ ਕਹਿੰਦੇ ਨੇ ਇਹ ਮਨੁੱਖਾ ਜੀਵ ਬੜੇ ਜੂਨਾਂ ਤੋਂ ਭਟਕਣ ਤੋਂ ਬਾਅਦ ਮਿਲੀ ਹੈ। ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਬੜੀ ਕਿਰਪਾ ਦੇ ਨਾਲ ਮਨੁੱਖਾ ਜੀਵਨ ਦੇ ਅੰਦਰ ਗੁਰੂ ਮਿਲਦਾ। ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੀਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸੁਭਾਇਆ। ਜਿਨ੍ਹਾਂ ਨੂੰ ਸਵਾਰਨਾ ਹੈ ਨਾ, ਜਿਨ੍ਹਾਂ ਨੂੰ ਘੜਨਾ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਵਸ ਆ ਰਿਹਾ ਹੈ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਸਿਰਿਆ ਸਾਨੂੰ ਵੀ ਰੱਬ ਨੇ ਹੈ, ਪਰ ਸਵਾਰੇਗਾ ਉਹਨੂੰ ਜਿਹਦੇ ਉੱਤੇ ਕਿਰਪਾ ਕਰੇਗਾ। ਭਾਈ ਜੇਠੇ ਨੂੰ ਸਿਰਫ ਸਿਰਿਆ ਨਹੀਂ, ਭਾਈ ਜੇਠੇ ਨੂੰ ਸਵਾਰਿਆ ਵੀ ਹੈ। ਭਾਈ ਜੇਠੇ ਨੂੰ ਸਿਰਫ ਘੜਿਆ ਨਹੀਂ ਹੈ, ਭਾਈ ਜੇਠੇ ਨੂੰ ਸ਼ਿੰਗਾਰਿਆ ਵੀ ਹੈ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰੇ ਧਾਰਿਆ। ਸਿਰਜਨਹਾਰ ਪਰਮੇਸ਼ਵਰ ਨੇ ਭਾਈ ਜੇਠੇ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ। ਆਪਣੀ ਬੁੱਕਲ ਵਿੱਚ ਲੈ ਕੇ ਭਾਈ ਜੇਠੇ ਨੂੰ ਪਰਮਾਤਮਾ ਨੇ ਗੁਰੂ ਦੀ ਕਿਰਪਾ ਦੇ ਨਾਲ ਸਵਾਰਿਆ। ਆਪੇ ਭਾਂਡੇ ਸਾਜਨ ਆਪੇ ਪੂਰਨ ਦੇ। ਇੱਕ ਨੀ ਦੁੱਧ ਸਮਾਈਆ, ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਵਨ, ਇੱਕ ਉੱਪਰ ਰਹਿਣ ਖੜੇ। ਤਿੰਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ। ਨਦਰ ਕਿਹਦੇ ਉੱਤੇ? ਭਾਈ ਜੇਠੇ ਦੇ ਉੱਤੇ। ਜਦੋਂ ਭਾਈ ਜੇਠਾ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਦਵੀ ਦੇ ਉੱਤੇ ਬਿਰਾਜਮਾਨ ਹੋਏ, ਭਾਈ ਜੇਠਾ 7 ਸਾਲ ਦੀ ਬਚਪਨ ਦੀ ਉਮਰ ਦੇ ਅੰਦਰ ਸਿਰ ਦੇ ਉੱਤੋਂ ਮਾਂ-ਬਾਪ ਦਾ ਸਾਇਆ ਉੱਠ ਗਿਆ। ਪਰ ਜਿਸ ਦੇ ਸਿਰ ਦੇ ਉੱਤੇ ਮੇਰਾ ਮਾਲਕ ਮਾਤਾ ਪਿਤਾ ਹੈ ਤਾਂ ਅਸਲ ਦੇ ਅੰਦਰ ਉਹੀ ਹੈ ਨਾ ਮਾਤਾ ਪਿਤਾ। ਇਹ ਮਾਤਾ ਪਿਤਾ ਵੀ ਉਸ ਮਾਲਕ ਨੇ ਪ੍ਰਤਪਾਲਣਾ ਕਰਨ ਵਾਸਤੇ ਦਿੱਤੇ। ਪਰ ਜੇ ਮਾਲਕ ਦੇ ਹੁਕਮ ਦੇ ਅੰਦਰ ਸਿਰ ਦੇ ਉੱਤੋਂ ਮਾਂ-ਬਾਪ ਦਾ ਸਾਇਆ ਉੱਠ ਗਿਆ ਤੇ ਸਿਰ ਦੇ ਉੱਤੇ ਪ੍ਰਤਮਾਤਮਾ ਵਾਹਿਗੁਰੂ ਮਾਲਕ ਬਣਿਆ। ਧਰੂ ਅਸਦਾ ਕਰ ਆਇਆ, ਕਰ ਪਿਆਰ ਪਿਓ ਪੁੱਛੜ ਲੁੱਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ।
ਜਦੋਂ ਧਰੂ ਨੂੰ ਉਸ ਦੀ ਬਾਪ ਦੀ ਗੋਦੀ ਵਿੱਚੋਂ ਮਾਂ ਨੇ ਫੜ ਕੇ ਉਠਾ ਦਿੱਤਾ ਨਾ, ਤੇ ਮਾਂ ਨੂੰ ਪੁੱਛਣ ਲੱਗਾ ਧਰੂ ਕਿ ਮਾਂ, ਮੈਨੂੰ ਇਸ ਜੀਵਨ ਦੇ ਅੰਦਰ ਮੇਰੇ ਬਾਪੂ ਦੀ ਗੋਦ ਵਿੱਚੋਂ ਫੜ ਕੇ ਉਠਾ ਦਿੱਤਾ ਗਿਆ, ਤੇ ਮਾਂ ਨੇ ਇਹ ਆਖਿਆ ਸੀ, ਪੁੱਤਰ ਇੱਕ ਬਾਪੂ ਤੇਰਾ ਹੋਰ ਹੈ, ਜਾ ਉਸ ਦੀ ਗੋਦ ਵਿੱਚ ਜਾ ਕੇ ਬਹਿ ਜਾ। ਇੱਕ ਬਾਪੂ ਤੇਰਾ ਪਰਮਾਤਮਾ ਹੈ। ਫਿਰ ਧਰੂ ਉਸ ਬਾਪੂ ਦੀ ਗੋਦ ਵਿੱਚੋਂ ਉਠਾਇਆ, ਆਪਣੇ ਅਸਲ ਬਾਪੂ ਦੀ ਗੋਦ ਵਿੱਚ ਜਾ ਕੇ ਨਾਮ ਜਪਿਆ, ਤੇ ਕਿੱਡੀ ਵੱਡੀ ਪਦਵੀ ਮਿਲ ਗਈ। ਭਾਈ ਜੇਠੇ ਦੇ ਸਿਰ ਦੇ ਉੱਤੇ ਦੁਨਿਆਵੀ ਤੌਰ ਦੇ ਉੱਤੇ ਮਾਂ-ਬਾਪ ਦਾ ਸਾਇਆ ਨਹੀਂ ਹੈ। ਲੋਕਾਂ ਨੇ ਕਹਿ ਦਿੱਤਾ ਇਹ ਅਨਾਥ ਹੈ, ਪਰ ਅਨਾਥਾਂ ਨਾਥ ਭਗਤ ਭੈ ਮੇਟਨ। ਪਰਮਾਤਮਾ ਕੀ ਹੈ? ਪਰਮਾਤਮਾ ਅਨਾਥਾਂ ਦਾ ਨਾਥ ਹੈ। ਬਚਪਨ ਦੇ ਅੰਦਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਮਿਲਿਆ। ਭਾਈ ਜੇਠੇ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਸੰਗ ਪ੍ਰਾਪਤ ਹੋਇਆ। ਬਾਸਰ ਕੇ ਜ਼ਿਲ੍ਹਾ ਅੰਮ੍ਰਿਤਸਰ ਗੁਰੂ ਅਮਰਦਾਸ ਮਹਾਰਾਜ ਦਾ ਪਿੰਡ ਹੈ। ਦੇਖੋ ਮਾਲਕ ਨੇ ਕਿਰਪਾ ਕੀਤੀ। ਚੂਨਾ ਮੰਡੀ ਲਾਹੌਰ ਦਾ ਜਨਮ ਹੈ ਭਾਈ ਜੇਠੇ ਦਾ। 7 ਸਾਲ ਦੀ ਉਮਰ ਦੇ ਅੰਦਰ ਸਿਰ ਦੇ ਉੱਤੋਂ ਮਾਂ-ਬਾਪ ਦਾ ਸਾਇਆ ਉੱਠ ਗਿਆ ਤੇ ਨਾਨੀ ਭਾਈ ਜੇਠੇ ਨੂੰ ਲੈ ਕੇ ਆਈ ਪਿੰਡ ਬਾਸਰ ਕੇ ਜ਼ਿਲ੍ਹਾ ਅੰਮ੍ਰਿਤਸਰ। ਬਾਸਰ ਕੇ ਪਿੰਡ ਗੁਰੂ ਅਮਰਦਾਸ ਮਹਾਰਾਜ ਦਾ ਹੈ। ਦੇਖੋ ਕਰਨੀ ਹੈ ਨਾ, ਵਾਹਿਗੁਰੂ ਦਾ ਹੁਕਮ ਹੈ। ਜੋ ਕੁਝ ਕਰਦਾ ਹੈ ਉਸ ਦੇ ਪਿੱਛੇ ਬਹੁਤ ਵੱਡਾ ਮਕਸਦ ਹੁੰਦਾ ਹੈ। ਜੇ ਸਿਰ ਦੇ ਉੱਤੋਂ ਮਾਂ-ਬਾਪ ਦਾ ਸਾਇਆ ਨਾ ਉੱਠਦਾ ਤੇ ਸ਼ਾਇਦ ਭਾਈ ਜੇਠਾ ਸਾਰੀ ਜ਼ਿੰਦਗੀ ਲਾਹੌਰ ਹੀ ਰਹਿੰਦੇ ਤੇ ਗੁਰੂ ਅਮਰਦਾਸ ਮਹਾਰਾਜ ਨਾਲ ਕਦੀ ਸੰਜੋਗ ਹੀ ਨਾ ਹੁੰਦਾ ਮਿਲਣ ਦਾ। ਭਾਈ ਜੇਠਾ ਗੁਰੂ ਅਮਰਦਾਸ ਮਹਾਰਾਜ ਦੇ ਪਿੰਡ ਗੁਰੂ ਅਮਰਦਾਸ ਮਹਾਰਾਜ ਨੂੰ ਮਿਲਣ ਨਹੀਂ ਆਇਆ ਸੀ। ਸੰਜੋਗ ਮਾਲਕ ਨੇ ਬਣਾਣੇ ਨੇ। ਜਿਹਦੇ ਉੱਤੇ ਕਿਰਪਾ ਕਰਨੀ ਹੈ, ਜਿਹਨੂੰ ਸਵਾਰਨਾ ਵਿਧ ਉਸਨੇ ਬਣਾ ਦੇਣੀ ਹੈ। ਤੇ ਭਾਈ ਜੇਠੇ ਨੂੰ ਆ ਕੇ ਗੁਰੂ ਅਮਰਦਾਸ ਮਹਾਰਾਜ ਨੇ ਕੁੱਛੜ ਚੁੱਕਿਆ, ਨਾਨੀ ਨੂੰ ਹੌਸਲਾ ਦਿੱਤਾ। ਕਿਉਂਕਿ ਖਡੂਰ ਸਾਹਿਬ ਗੁਰੂ ਅਮਰਦਾਸ ਮਹਾਰਾਜ ਸੇਵਾ ਕਰਨ ਜਾਂਦੇ ਹੁੰਦੇ ਸਨ, ਤੇ ਜਦੋਂ ਸੇਵਾ ਕਰਨ ਜਾਂਦੇ ਸੀ ਤੇ ਕਦੀ ਕਦੀ ਆਪਣੇ ਪਿੰਡ ਵਾਪਸ ਆਉਂਦੇ ਸਨ ਬਾਸਰ ਕੇ। ਤੇ ਜਦੋਂ ਬਾਸਰ ਕੇ ਆਏ ਤੇ ਪਤਾ ਲੱਗਾ ਨਾਨੀ ਆਪਣੇ ਪੁੱਤਰਿਆਂ ਨੂੰ ਲੈ ਕੇ ਆਈ ਹੈ, ਤੇ ਨਾਨੀ ਨੂੰ ਹੌਸਲਾ ਦੇਣ ਵਾਸਤੇ ਗੁਰੂ ਅਮਰਦਾਸ ਮਹਾਰਾਜ ਗਏ। ਇਹ ਮਿਲਾਪ ਸੀ, ਇਹ ਗੁਰੂ ਅਮਰਦਾਸ ਮਹਾਰਾਜ ਦਾ ਤੇ ਭਾਈ ਜੇਠੇ ਦਾ। ਇਹ ਮਿਲਾਪ ਐਸਾ ਸੀ, ਬਚਪਨ ਦੇ ਅੰਦਰ ਗੁਰੂ ਨੇ ਸਿਰ ਦੇ ਉੱਤੇ ਹੱਥ ਰੱਖ ਦਿੱਤਾ। ਅਜੇ ਬਾਬਾ ਅਮਰਦਾਸ ਜੀ ਆਪ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਸੇਵਾ ਕਰ ਰਹੇ ਨੇ। 1552 ਦੇ ਅੰਦਰ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਜੋਤੀ ਜੋਤ ਸਮਾਏ ਤੇ ਗੁਰੂ ਅਮਰਦਾਸ ਮਹਾਰਾਜ ਨੂੰ ਗੁਰਿਆਈ ਦੀ ਦਾਤ ਪ੍ਰਾਪਤ ਹੋਈ। 7 ਸਾਲ ਦੀ ਉਮਰ ਦੇ ਅੰਦਰ ਜੇਠਾ ਜਿਹੜਾ ਬਾਸਰ ਕੇ ਆ ਗਿਆ। 7 ਸਾਲ ਚੂਨਾ ਮੰਡੀ ਲਾਹੌਰ, 7 ਤੋਂ ਅਗਲੇ ਸਾਲ 42 ਸਾਲ 1552 ਤੱਕ, 1541 ਤੋਂ 1552 ਗੁਰੂ ਰਾਮਦਾਸ ਮਹਾਰਾਜ ਪਿੰਡ ਬਾਸਰ ਕੇ ਰਹੇ। ਕਦੀ ਕਦੀ ਬਾਬਾ ਅਮਰਦਾਸ ਜੀ ਆਂਦੇ। ਜਦੋਂ ਬਾਬਾ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ 1552 ਦੇ ਅੰਦਰ ਗੁਰਿਆਈ ਦੀ ਦਾਤ ਦਿੱਤੀ ਤੇ ਗੁਰੂ ਅਮਰਦਾਸ ਮਹਾਰਾਜ ਭਾਈ ਜੇਠੇ ਨੂੰ ਨਾਲ ਲੈ ਗਏ। ਕਿੱਥੇ? ਗੋਇੰਦਵਾਲ ਦੀ ਨਗਰੀ, ਜਿੱਥੇ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਗੋਬਿੰਦਪੁਰੀ ਸਾਮਾ, ਜਿੱਥੇ ਗੁਰੂ ਅਮਰਦਾਸ ਮਹਾਰਾਜ ਨਵੀਂ ਨਗਰੀ ਨਿਰਮਾਣ ਕਰਾ ਰਹੇ ਨੇ, ਬੌਲੀ ਦਾ ਨਿਰਮਾਣ ਕਰਾ ਰਹੇ ਨੇ। ਉੱਥੇ ਭਾਈ ਜੇਠੇ ਨੇ ਗੁਰੂ ਅਮਰਦਾਸ ਮਹਾਰਾਜ ਦੀ ਚਰਨ ਸ਼ਰਨ ਵਿੱਚ ਰਹਿ ਕੇ ਜਿਸ ਤਰੀਕੇ ਦੇ ਨਾਲ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਰਹਿ ਕੇ ਸੇਵਾ ਤੇ ਸਿਮਰਨ ਦੀ ਘਾਲਣਾ ਘਾਲੀ, ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਬੱਚੀ ਬੀਬੀ ਭਾਨੀ ਦਾ ਸਾਕ ਕੀਤਾ ਭਾਈ ਜੇਠੇ ਦੇ ਨਾਲ। ਪਰ ਭਾਈ ਜੇਠੇ ਨੇ ਸਾਕ ਨਾ ਜਾਤਾ ਹਿਰਦੇ ਰੱਖਿਆ, ਸੇਵਕੀ ਭਾਓ ਚੰਚਲਾਈ ਚਿੱਤਰਤਾਈ, ਨਾ ਖੇਡਣ ਹੱਸਣ ਕਾ ਚਾਓ, ਪ੍ਰੀਤ ਸਾਹਿਬਾਂ ਦੇ ਚਰਨਾਂ ਦੀ ਰੱਖੀ, ਬਿਨ ਸਤਿਗੁਰ ਹੋਰ ਨਾ ਦੇਖਣ ਅੱਖੀ। ਜਿਹਦੇ ਉੱਤੇ ਕਿਰਪਾ ਹੁੰਦੀ ਹੈ ਉਹਨੂੰ ਸੇਵਾ ਦੀ ਦਾਤ ਬਖਸ਼ਿਸ਼ ਕਰਦਾ ਹੈ, ਤੇ ਸੇਵਾ ਕਰਨ ਵਾਲਾ ਆਪਣੇ ਮਨ ਦੇ ਅੰਦਰ ਸਿਰਫ ਆਪਣੇ ਗੁਰੂ ਦਾ ਪਿਆਰ ਰੱਖਦਾ। ਮਹਾਰਾਜ ਨੇ, ਗੁਰੂ ਰਾਮਦਾਸ ਮਹਾਰਾਜ ਨੇ ਕਦੀ ਆਪਣੇ ਆਪ ਨੂੰ ਗੁਰੂ ਅਮਰਦਾਸ ਮਹਾਰਾਜ ਦਾ ਜਵਾਈ ਨਹੀਂ ਸਮਝਿਆ। ਸਾਡੇ ਵਰਗੇ ਬੰਦੇ ਨੂੰ ਤਾਂ ਗੁਰੂ ਘਰ ਦੇ ਅੰਦਰ ਇੱਕ ਪਦਵੀ ਮਿਲ ਜਾਏ, ਸਾਡੀ ਤਾਂ ਧੌਣ ਹੀ ਨਹੀਂ ਨੀਵੀਂ ਹੁੰਦੀ। ਅਸੀਂ ਉਸ ਪਦਵੀ ਨਾਲ ਹੀ ਗੁਰੂ ਘਰਾਂ ਦੇ ਅੰਦਰ ਵਿਚਰਦੇ ਰਹਿੰਦੇ ਆ। ਇਹ ਕੁਰਸੀ ਸਾਡੇ ਤੋਂ ਪਿੱਛੋਂ ਨਹੀਂ ਲੱਥਦੀ। ਗੁਰੂ ਘਰ ਦੇ ਅੰਦਰ ਆਇਆ ਹੋਇਆ ਹਰ ਬੰਦਾ ਗੁਰੂ ਦਾ ਸਿੱਖ ਹੈ। ਭਾਈ ਜੇਠੇ ਨੇ ਗੁਰੂ ਅਮਰਦਾਸ ਮਹਾਰਾਜ ਦੇ ਘਰ ਸੇਵਾ ਕਰਦਿਆਂ ਪ੍ਰੀਤ ਸਾਹਿਬਾਂ ਦੇ ਚਰਨਾਂ ਦੀ ਰੱਖੀ, ਬਿਨ ਸਤਿਗੁਰ ਹੋਰ ਨਾ ਦੇਖਣ ਅੱਖੀ। ਉਹ ਸਿਰ ਦੇ ਉੱਤੇ ਗਾਰੇ ਦੀ ਟੋਕਰੀ ਚੱਕ ਕੇ ਭਾਈ ਜੇਠੇ ਨੇ
ਗੁਰੂ ਅਮਰਦਾਸ ਮਹਾਰਾਜ ਦੇ ਦਰ ਦੀ ਸੇਵਾ ਕੀਤੀ। ਸ਼ਰੀਕੇ ਦੇ ਲੋਕ, ਬਰਾਦਰੀ ਦੇ ਲੋਕ ਆ ਕੇ ਬੜੇ ਤਾਨੇ ਮਾਰੇ, ਪਰ ਭਾਈ ਜੇਠੇ ਨੇ ਇੱਕੋ ਹੀ ਗੱਲ ਕਹੀ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਬਖਸ਼ ਦਿਓ, ਇਹਨਾਂ ਦੀ ਬੁੱਧੀ ਬੜੀ ਸੀਮਤ ਹੈ, ਇਹਨਾਂ ਦੀ ਸੋਚ ਬੜੀ ਛੋਟੀ ਹੈ। ਤੇ ਇੱਕ ਦਿਨ ਐਸਾ ਆਇਆ 1574 ਦੇ ਅੰਦਰ, ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਭਾਈ ਜੇਠੇ ਦੇ ਸਿਰ ਦੇ ਉੱਤੇ ਗੁਰਿਆਈ ਦਾ ਛਤਰ ਚੁਲਾ ਦਿੱਤਾ। ਜਿਸ ਦਿਨ ਉਹ 7 ਸਾਲ ਦੀ ਉਮਰ, ਚੂਨਾ ਮੰਡੀ ਲਾਹੌਰ ਤੋਂ ਨਿਕਲਿਆ ਹੋਇਆ ਅਨਾਥ ਬਾਲਕ ਅੱਜ ਜਿਸ ਪਦਵੀ ਤੇ ਪਹੁੰਚ ਗਿਆ, ਉਚਾਰਨ ਕਰੋ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਚਰਨ ਅਸਥਾਨ ਅਸੀਂ ਜਾ ਕੇ ਉੱਥੇ ਨਤਮਸਤਕ ਹੁੰਦੇ ਹਾਂ। ਉਹ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਗੁਰਿਆਈ ਦੀ ਦਾਤ ਦਿੱਤੀ ਨਾ, ਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਨੇਤਰ ਛਲਕ ਪਏ, ਤੇ ਜਿਹੜੇ ਬਚਨ ਸਨ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਇਹ ਗੁਰੂ ਸਤਿਗੁਰੂ ਦਾ ਸੰਗ ਸੀ, ਕੀਰੇ ਨੂੰ ਥਾਪ ਦਿੱਤਾ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਗੁਰੂ ਰਾਮਦਾਸ ਮਹਾਰਾਜ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਹੋਏ ਤੇ ਮਹਾਰਾਜ ਦੇ ਮੁਖੋਂ ਇਹੀ ਬਚਨ ਨਿਕਲਿਆ, ਇਹ ਮੇਰੇ ਸਤਿਗੁਰੂ ਦੀ ਕਿਰਪਾ ਹੈ, ਇਹ ਮੇਰੇ ਮਾਲਕ ਦੀ ਕਿਰਪਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਅੰਤਮ ਸ਼ਲੋਕ ਪਤਾ ਕੀ ਲਿਖਿਆ? ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋ ਹੀ। ਇਹ ਮਾਲਕ ਤੇਰੇ ਕੀਤੇ ਨੂੰ ਮੈਂ ਕਿੱਥੇ ਜਾਣ ਸਕਦਾ ਸੀ, ਤੂੰ ਤਾਂ ਮੈਨੂੰ ਜੋਗ ਕੀਤਾ ਇਸ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਇਹ ਤਾਂ ਤੇਰਾ ਤਰਸ ਸੀ, ਇਹ ਤਾਂ ਤੇਰੀ ਮਿਹਰ ਸੀ, ਇਹ ਤਾਂ ਤੇਰੀ ਕਿਰਪਾ ਸੀ। ਜਿਸ ਕਾ ਕਾਰਜ ਤਿਨ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਜਿਨ੍ਹਾਂ ਨੂੰ ਕੁਝ ਮਿਲਿਆ ਉਹਨਾਂ ਨੇ ਆਪਣੇ ਮਨ ਦੇ ਅੰਦਰ ਹਮੇਸ਼ਾ ਇਹੀ ਗੱਲ ਦ੍ਰਿੜ ਕਰਾਈ, ਭਾਈ ਇਹ ਵਾਹਿਗੁਰੂ ਦੀ ਬਖਸ਼ਿਸ਼ ਹੈ। ਸਾਡੀ ਸਾਰੀ ਸਾਧਨਾ ਕਾਹਦੇ ਵਾਸਤੇ? ਸਾਡਾ ਕੋਈ ਦਾਵਾ ਨਹੀਂ ਹੈ ਕਿ ਅਸੀਂ ਗੁਰੂ ਦੇ ਉੱਤੇ ਦਾਵਾ ਠੋਕ ਸਕੀਏ, ਮੈਂ ਨਿਤਨੇਮੀ ਆ, ਮੈਂ ਬੜੀ ਸੇਵਾ ਕਰਦਾ, ਮੇਰੀ ਘਾਲ ਕਮਾਈ ਬੜੀ ਹੈ। ਨਹੀਂ, ਇਹ ਤਾਂ ਗੁਰੂ ਨੂੰ ਪ੍ਰਸੰਨ ਕਰਨਾ। ਗੁਰੂ ਰੀਝ ਜਾਏ, ਗੁਰੂ ਨੂੰ ਕਿਤੇ ਕੀਤੀ ਕੋਈ ਸੇਵਾ ਤਿਲ ਮਾਤਰ ਵੀ ਪ੍ਰਵਾਨ ਹੋ ਜਾਏ ਤੇ ਗੁਰੂ ਦੀ ਨਦਰ, ਗੁਰੂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼ ਵਰਤਦੀ ਹੈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਇਹ ਤਰਸ ਪਿਆ, ਮਿਹਰਾਮਤ ਹੋਈ, ਉਹਦੀ ਮਿਹਰ ਹੋਈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਸੋ ਚੇਤੇ ਜਿਸ ਆਪ ਚਿਤਾਏ, ਗੁਰ ਕੇ ਸ਼ਬਦ ਵਸੇ ਮਨ ਆਏ। ਗੁਰੂ ਦੇ ਸ਼ਬਦ ਦੀ ਕਿਰਪਾ ਦੇ ਨਾਲ ਸਤਿਗੁਰ ਮਿਲਿਆ, ਸੱਚ ਪਾਇਆ, ਜਿਨ ਵਿੱਚੋਂ ਆਪ ਗਵਾਇਆ, ਜਿਨੀ ਸੱਚੋ ਸੱਚ ਬੁਝਾਇਆ। ਗੁਰੂ ਕੀ ਹੈ? ਗੁਰੂ ਸੱਚ ਦੀ ਸੂਝ ਦਿੰਦਾ ਹੈ, ਸੱਚ ਸਿਮਰੀਐ ਹੋਵੇ ਪ੍ਰਗਾਸ, ਤਾਂ ਤੇ ਵਿਖਿਆ ਮੈਂ ਰਹੇ ਉਦਾਸ। ਇਹ ਗੁਰੂ ਦੀ ਕਿਰਪਾ ਹੋਣੀ ਹੈ। ਗੁਰੂ ਨੇ ਸ਼ਬਦ ਦੇ ਰਾਹੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਨੂੰ ਸਾਡੇ ਅੰਦਰ ਦ੍ਰਿੜ ਕਰਨਾ ਹੈ, ਸਾਡੇ ਅੰਦਰ ਵਿਵੇਕ ਬੁੱਧ ਪੈਦਾ ਕਰਨੀ ਹੈ, ਸਾਡੇ ਅੰਦਰ ਪ੍ਰਕਾਸ਼ ਕਰਨਾ ਹੈ। ਆਪੇ ਵੇਖੈ, ਆਪੇ ਬੂਝੈ, ਆਪੇ ਆਪ ਸਮਾਏਂਦਾ। ਫਿਰ ਉਸ ਗੁਰਮੁਖ ਦੇ ਅੰਦਰ ਮਾਲਕ ਆਪ ਵਰਤਦਾ ਹੈ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰੇ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਗੁਰੂ ਰਾਮਦਾਸ ਮਹਾਰਾਜ ਦੇ ਅੰਦਰ ਪਰਮਾਤਮਾ ਪ੍ਰਗਟ ਹੋ ਗਿਆ, ਪਰਮਾਤਮਾ ਵਰਤ ਗਿਆ। ਜਿਸ ਦੇ ਉੱਤੇ ਗੁਰੂ ਨੇ ਕਿਰਪਾ ਕਰਕੇ ਸ਼ਬਦ ਦੇ ਨਾਲ ਆਪਾ ਭਾਵ ਖਤਮ ਕਰਕੇ ਨਾਮ ਦਾ ਪ੍ਰਗਾਸ ਕਰ ਦਿੱਤਾ, ਉਹਦੇ ਅੰਦਰ ਮਾਲਕ ਦੀ ਜੋਤ ਪ੍ਰਗਟ ਹੋ ਗਈ, ਉਹ ਪਾਰ ਬ੍ਰਹਮ ਰੂਪ ਹੋ ਗਿਆ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹਨ ਅਗਲੇ ਪਦੇ ਦੇ ਅੰਦਰ, ਜਿਨ ਮਨ ਵਿੱਚ ਵੱਥ ਪਾਈ ਸੋਈ ਜਾਣੈ, ਗੁਰ ਕੈ ਸ਼ਬਦ ਆਪ ਪਛਾਣੈ। ਫਿਰ ਜਿਨੇ ਮਨ ਦੇ ਅੰਦਰ ਇਹ ਵੱਥ ਪ੍ਰਾਪਤ ਕਰ ਲਈ, ਇਹ ਨਾਮ ਰੂਪੀ ਵਸਤੂ ਪ੍ਰਾਪਤ ਕਰ ਲਈ, ਜਿਨ ਮਨ ਵਿੱਚ ਵੱਥ ਪਾਈ, ਜਿਸ ਦੇ ਉੱਤੇ ਕਿਰਪਾ ਹੋਈ, ਜਿਹਨੂੰ ਸਵਾਰਿਆ, ਜਿਹਨੂੰ ਵਿਵੇਕ ਬੁੱਧ ਮਿਲ ਗਈ, ਜਿਹਦੇ ਅੰਦਰ ਪ੍ਰਕਾਸ਼ ਹੋ ਗਿਆ,
सतगुरु कहते ने जिन्हें अपने मन के अंदर ये नाम रूपी वस्तु प्राप्त कर लई सोई जाना है, वही जानता इसकी वडियाई की है, किड्डी वड्डी शै, किड्डी वड्डी किरपा। असीं संसारी बंदे, साडी अप्रोच कित्थे तक है? साडी अप्रोच ही है सच्चे पातशाह साडे कोई दुनिया के रुके हुए काम हो जान, किते धीआं पुत्तर सैट हो जान, किते बिजनेस सैट हो जाए, किते शरीर का दुख खत्म हो जाए, बड़ी किरपा। साडा सारा नज़रिया इस गल दे उत्ते टिकिया। साडी सेवा की साधना का मकसद साडे मन के अंदर सिर्फ इन्ना ही है। पर असल दे अंदर जिहड़ी सतगुरु की सब तो वड्डी बख्शिश है, जिहड़ी सब तो वड्डी मेहर है, जिहड़ी सब तो वड्डी किरपा नाम रूपी वस्तु है, पर इहदी सार वो ही जानदा है जिस दे उत्ते मालक की किरपा है। गुरु नानक सच्चे पातशाह जी ने पटने के अंदर भाई मरदाने नूं एक हीरा दे के कीमती भेजिया सी भी जा इहदी कीमत पवा के आ। ते जदों हलवाई कोल गया ते हलवाई ने कहा 2 किलो मिठाई लै जा। बजाजी कपड़े वाले कोल गया, उन्हें कहा 2 गज कपड़ा लै जा। जदों जौहरी कोल गया तो जौहरी कहने लगा भी मेरे कोल तां इस नूं खरीदण दी कोई मुल नहीं है, मेरे कोल ताकत नहीं है। 100 अशरफियां कहंदे मत्था टेकिया, कहने लगा सिर्फ इसदी दर्शन भेट है। वो जौहरी है ना। साडी अपनी अपनी समझ है, साडी अपनी अपनी मानसिक अप्रोच है जिंदगी के अंदर धर्म के प्रति। पर असल के अंदर जिहड़ी चीज़ सानू गुरु दे कोलों मिल सकती है वो नाम रूपी वस्तु की वडियाई वही बंदा जानदा जिस दे उत्ते गुरु की किरपा नाल जिसनू ये दात प्राप्त हुई है। सतगुरु गुरु अमरदास महाराज कहते हैं जिन मन विच वथ पाई सोई जाणै गुर कै शब्दे आप पछाणे। गुरु शब्द की बरकत दे नाल उसनू अपने असल स्वरूप की पछाण हो जाती है। मैं की हाँ, मैं जोत स्वरूप हाँ, मैं अविनाशी हाँ, मैं ये संसारी नहीं, मैं आत्मक हस्ती का मालक हाँ। आप पछाणै सोई जन निर्मल बाणी शब्द सुनाएगा। फिर ऐसा जीव सतगुरु कहते हैं जिसने अपने अंदरों अपने ओरिजिनल स्वरूप नूं, अपने असल स्वरूप नूं, अपने आत्म स्वरूप नूं जान लिया, जिस दे अंदर आपा भाव बिनस गया, जिसने मैं नूं मार लिया। सतगुरु महाराज ने कहा हर आप मुल कै मुल ना पाया जाए, मुल ना पाया जाए किसी विटो रहे लोक विल लाए। ऐसा सतगुरु जे मिले तिसनों सिर सौंपी है विचों आप जाए। जिसदा जियो तिस मिल रहा है हर वसे मन आए। सारी साधना सारिया गल्लां महाराज ने बड़ी स्पष्ट कीतियां। अध्यात्मक तौर के उत्ते किसी की प्राप्ति की है, सब तो वड्डी प्राप्ति की है। सतगुरु कहते ने मालक की बंदगी दे नाल ये काया पवित्र है शरीर। गुर शब्दी चेतै गुणी गहीर, अन दिन गुण गावे रंग राता गुण कै गुणी समाएंदा। ये काया उस जीव की बड़ी पवित्र हो जाती है, निर्मल हो जाती है। कुंगू की काया रत्ना की ललता, अग्रवास तन सास, 68 तीरथ का मुक्त टिक्का, तित कट मत विगास। सतगुरु कहते हैं ओदी काया कुंगू वर्गी, ओदी रसना रत्ना नाल जड़ी हुई, ओदे सवास अगर की तरह महकण वाले, ओदे मत्थे दे उत्ते 68 तीर्थां दा टिक्का, ओदे हिरदे दे अंदर मत दा प्रकाश। ऐसा जीव सुरत करके मालक दे नाल एक रूप हो जाता है। अब तो जाए चढ़े सिंहासन, मिले है सारंग पानी, राम कबीरा एक भये है कोई ना सके पछाणी। सतगुरु कहते हैं इहो जी वडियाई मिल जाती, वो जीव मालक के चरणों में समा के एक रूप हो जाता है। जल तरंग ज्यों जले समाया, त्यों ज्योति संग जोत मिलाया। कहो नानक भ्रम कटे किवाड़ा, बौड़ न होई है जवला जियो। देखो आत्मक शिखर की भी बंदे नूं सूझ होनी चाहिए। कई बंदे कह देंगे जी सानू गुरु नानक साहब के दर्शन होए। वो की गुरु नानक साहब के दर्शन होए? फिजिकल स्वरूप के दर्शन। गुरु गोबिंद सिंह महाराज घोड़े ते चढ़े देखे। मैं एक बेनती करा, सतगुरु का निर्गुण स्वरूप, ब्रह्म स्वरूप, आत्म स्वरूप मालक नाल अभेद है। सतगुरु का शरीर सतगुरु महाराज इत्थे त्याग गए ने। जदों भी अध्यात्मक शिखर की गल करो, किसे और गुरमुख की गल करो, किसे महापुरख की गल करो, वडियाई की गल करो, ये गल समझो सब किछ घर में बाहर नाही, बाहर टोले सो भरम भुलाही। गुर प्रसादी जिनी अंतर पाया, अंतर पाया। जदों बाणी पढ़ो तो महाराज तो यही लिखते,
ਵੀ ਜਿਹਨੂੰ ਮਿਲਿਆ ਉਹਨੇ ਤਾਂ ਆਪਣੇ ਅੰਦਰ ਆਪਣੇ ਅਨੁਭਵ ਨੂੰ ਮਾਲਕ ਨਾਲ ਜੋੜ ਕੇ ਆਪਣੇ ਅੰਦਰੋਂ ਇੱਕ ਰੂਪ ਹੋ ਗਿਆ। ਚਾਹੇ ਉਹਨੂੰ ਦਸਮ ਦੁਆਰ ਕਹਿ ਲੋ, ਚਾਹੇ ਉਹਨੂੰ ਅਨਹਦ ਨਾਦ ਕਹਿ ਲੋ, ਚਾਹੇ ਉਸ ਨੂੰ ਅੰਤਰ ਆਤਮੇ ਦੀਵੇ ਦਾ ਪ੍ਰਕਾਸ਼ ਕਹਿ ਲੋ, ਜੋ ਮਰਜ਼ੀ ਕਹਿ ਲੋ, ਪਰ ਅਧਿਆਤਮਿਕ ਸਿਖਰ ਦੀ ਪਦਵੀ ਸਿਰਫ ਬੰਦੇ ਨੂੰ ਅੰਦਰੋਂ ਮਿਲਦੀ ਹੈ। ਮਾਲਕ ਨਾਲ ਜੀਵ ਦੀ ਇੱਕ ਮਿਕਤਾ ਅੰਦਰੋਂ ਹੁੰਦੀ ਹੈ। ਜਿਹਨੂੰ ਮਿਲਣਾ ਉਹਨੂੰ ਅੰਦਰੋਂ ਹੀ ਮਿਲ ਜਾਣਾ, ਉਹ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ। ਜਿੰਨੇ ਜੁੜ ਕੇ ਪਰਮ ਪਦਵੀ ਨੂੰ ਪ੍ਰਾਪਤ ਕਰਨਾ ਉਹਨੇ ਅੰਦਰੋਂ ਹੀ, ਜਿਵੇਂ ਪਾਣੀ ਵਿੱਚ ਪਾਣੀ ਸਮਾ ਜਾਂਦਾ, ਪਾਣੀ ਨਾਲ ਪਾਣੀ ਵਿੱਚ ਸਮਾ ਕੇ ਪਾਣੀ ਇੱਕ ਰੂਪ ਹੋ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਐਸਾ ਜੀਵ, ਉਸ ਦੀ ਇਹ ਕਾਇਆ ਅਤ ਪਵਿੱਤਰ ਹੋ ਜਾਂਦੀ, ਅਤ ਨਿਰਮਲ ਹੋ ਜਾਂਦੀ ਹੈ ਤੇ ਆਪਣੇ ਅੰਦਰੋਂ ਉਹ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰ ਲੈਂਦਾ ਹੈ। ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ। ਉਹ ਅੰਦਰੋਂ ਤੇ ਬਾਹਰ ਸੁਹੇਲਾ ਹੋ ਜਾਂਦਾ, ਆਤਮਿਕ ਆਨੰਦ ਵਿੱਚ ਹੋ ਜਾਂਦਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਅਨ ਦਿਨ ਗੁਣ ਗਾਵੇ ਰੰਗ ਰਾਤਾ, ਗੁਣ ਕੈ ਗੁਣੀ ਸਮਾਏਂਦਾ। ਫਿਰ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ 12ਵੇਂ ਪਦੇ ਦੇ ਅੰਦਰ, ਇਹ ਸਰੀਰ ਸਭ ਮੂਲ ਹੈ ਮਾਇਆ, ਦੂਜੇ ਭਾਏ ਭਰਮ ਭੁਲਾਇਆ। ਹਰ ਨਾ ਚੇਤੈ ਸਦਾ ਦੁੱਖ ਪਾਏ, ਬਿਨ ਹਰ ਚੇਤੇ ਦੁੱਖ ਪਾਏਂਦਾ। ਜਿਹੜੇ ਜੀਵ ਮਾਲਕ ਦੀ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਨਹੀਂ ਕਰਦੇ, ਜਿਹੜੇ ਹੋਰ ਪਿਆਰ ਵਿੱਚ ਫਸੇ ਰਹਿੰਦੇ ਹਨ, ਸਤਿਗੁਰੂ ਕਹਿੰਦੇ ਨੇ ਉਹਨਾਂ ਦਾ ਇਹ ਜੀਵਨ ਨਿਰਾ ਮਾਇਆ ਦਾ ਮੋਹ ਹੀ ਹੈ। ਪਾਣੀ ਦੇ ਅੰਦਰ ਜਿਹੋ ਜਿਹਾ ਰੰਗ ਪਾ ਦੋ ਪਾਣੀ ਉਹੋ ਜਿਹਾ ਹੋ ਜਾਂਦਾ ਹੈ। ਮਿੱਥਿਆ ਨਾਲ ਜੁੜ ਕੇ ਅਸੀਂ ਆਪ ਹੀ ਮਿੱਥਿਆ ਹੋ ਗਏ। ਮਿੱਥਿਆ ਚੀਜ਼ਾਂ ਦਾ ਮਾਣ ਕਰਕੇ, ਬਿਨਸਨਹਾਰ ਚੀਜ਼ਾਂ ਦਾ ਮਾਣ ਕਰਕੇ ਅਸੀਂ ਆਪ ਹੀ ਬਿਨਸਨਹਾਰ ਹੋ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਨਨੇ ਇਸ ਜੀਵਨ ਦੇ ਅੰਦਰ ਮਾਲਕ ਨੂੰ ਵਿਸਾਰ ਕੇ ਦੂਜਾ ਭਾਉ ਪੈਦਾ ਕਰ ਲਿਆ, ਮਾਲਕ ਨੂੰ ਵਿਸਰ ਗਿਆ, ਸਤਿਗੁਰੂ ਕਹਿੰਦੇ ਨੇ ਉਹਦਾ ਇਹ ਸਾਰਾ ਤਾਂ ਮਾਇਆ ਦਾ ਖੇਲ ਹੈ, ਉਹ ਸਾਰਾ ਮਾਇਆ ਦਾ ਮੋਹ ਹੈ। ਤੇ ਸਤਿਗੁਰੂ ਕਹਿੰਦੇ ਨੇ ਜਿਹੜਾ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ਉਹ ਸਦਾ ਦੁੱਖ ਪਾਉਂਦਾ ਹੈ। ਹਰ ਨਾ ਚੇਤੇ ਸਦਾ ਦੁੱਖ ਪਾਏ, ਬਿਨ ਹਰ ਚੇਤੇ ਦੁੱਖ ਪਾਏਂਦਾ। ਕਿਉਂ? ਪਤਾ ਕੀ ਹੈ, ਬੰਦਾ ਸਰੀਰ ਵੀ ਹੈ, ਬੰਦਾ ਮਨ ਵੀ ਹੈ, ਬੰਦਾ ਆਤਮਾ ਵੀ ਹੈ। ਜੇ ਸਾਡਾ ਮਨ ਮਾਲਕ ਦੇ ਨਾਮ ਨੂੰ ਨਹੀਂ ਦ੍ਰਿੜ ਕਰਦਾ, ਤ੍ਰਿਸ਼ਨਾ ਗ੍ਰਸਤ ਹੈ, ਵਿਕਾਰ ਗ੍ਰਸਤ ਹੈ, ਪਾਪ ਗ੍ਰਸਤ ਹੈ, ਤੇ ਮੈਂ ਬੇਨਤੀ ਕਰਾਂ ਉਸ ਬੰਦੇ ਨੂੰ ਦੁਨਿਆਵੀ ਤੌਰ ਦੇ ਉੱਤੇ ਜੋ ਮਰਜ਼ੀ ਬੁਨਿਆਦੀ ਤੌਰ ਦੇ ਉੱਤੇ ਬਾਹਰੋਂ ਪ੍ਰਾਪਤ ਹੋ ਜਾਏ, ਪਰ ਐਸੇ ਬੰਦੇ ਨੂੰ ਸਦੀਵੀ ਤੇ ਆਤਮਿਕ ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਕਿਉਂਕਿ ਜ਼ਿੰਦਗੀ ਦੇ ਅੰਦਰ ਇੱਕ ਚੀਜ਼ ਬੰਦੇ ਦੀ ਠੀਕ ਹੈ, ਦੂਜੀ ਚੀਜ਼ ਨਹੀਂ ਠੀਕ, ਤੇ ਬੰਦੇ ਨੂੰ ਉਹ ਸਦੀਵੀ ਸੁੱਖ ਨਹੀਂ ਮਿਲ ਸਕਦਾ। ਬੰਦੇ ਦਾ ਢਿੱਡ ਦੁਖਦਾ, ਉਹਨੂੰ ਕੋ ਤੇਰਾ ਸਿਰ ਤਾਂ ਠੀਕ ਹੈ, ਤੇਰੀਆਂ ਲੱਤਾਂ ਤਾਂ ਠੀਕ ਹੈ, ਉਹ ਕਹੂਗਾ ਮੇਰਾ ਢਿੱਡ ਦੁਖਦਾ, ਤੁਸੀਂ ਸਿਰ ਤੇ ਲੱਤ ਦੀ ਗੱਲ ਕਰਦੇ ਹੋ, ਮੈਨੂੰ ਇਸ ਵੇਲੇ ਢਿੱਡ ਦੀ ਪਈ ਹੈ। ਸਰੀਰ ਦੇ ਅੰਦਰ ਇੱਕ ਅੰਗ ਵੀ ਦੁਖਦਾ ਹੋਵੇ, ਬਾਕੀ ਸਾਰੇ ਤੰਦਰੁਸਤ ਹੋਣ, ਬੰਦਾ ਦੁਖੀ ਹੈ। ਇਸੇ ਤਰੀਕੇ ਸਰੀਰ ਠੀਕ ਵੀ ਹੋਵੇ, ਬਾਹਰੀ ਪਦਾਰਥ ਵੀ ਹੋਣ, ਪਰ ਮਨ ਮਾਇਆ ਮੋਹ ਦੇ ਅੰਦਰ ਗ੍ਰਸਤ ਹੋਵੇ, ਮਨ ਵਿਕਾਰਾਂ ਦੇ ਅੰਦਰ ਗ੍ਰਸਤ ਹੋਵੇ, ਮਨ ਪਾਪਾਂ ਦੇ ਅੰਦਰ ਗ੍ਰਸਤ ਹੋਵੇ। ਮਹਾਰਾਜ ਕਹਿੰਦੇ ਨੇ ਮਨ ਮਾਇਆ ਮੈਂ ਫੱਦ ਰਿਓ, ਬਿਸਰਿਓ ਗੋਬਿੰਦ ਨਾਮ, ਕਉ ਨਾਨਕ ਬਿਨ ਹਰ ਭਜਨ, ਜੀਵਨ ਕਉਨੇ ਕਾਮ। ਮਾਇਆ ਕਾਰਨ ਧਾਵਹੀ ਮੂਰਖ ਲੋਗ ਅਜਾਨ, ਕਉ ਨਾਨਕ ਬਿਨ ਹਰ ਭਜਨ, ਬਿਰਥਾ ਜਨਮ ਸਰਾਨ। ਜਦੋਂ ਮਨ ਉਸ ਮਾਲਕ ਤੋਂ ਬੇਮੁਖ ਹੋ ਜਾਂਦਾ ਹੈ, ਮਾਇਆ ਮੋਹ ਸਗਲ ਜਗ ਛਾਇਆ, ਕਾਮਨ ਦੇਖ ਕਾਮ ਲੁਭਾਇਆ, ਸੁਤ ਕੰਚਨ ਸਿਉ ਹੇਤ ਵਧਾਇਆ, ਸਭ ਕਿਛ ਆਪਣਾ ਇੱਕ ਰਾਮ ਪਰਾਇਆ। ਜਦੋਂ ਰੱਬ ਬੇਗਾਨਾ ਹੋ ਜਾਏ, ਰੱਬ ਪਰਾਇਆ ਹੋ ਜਾਏ, ਸੁਤ ਕੰਚਨ ਨਾਲ ਹੇਤ ਵੱਧ ਜਾਏ, ਮੋਹ ਮਮਤਾ ਵੱਧ ਜਾਏ, ਤੇ ਜ਼ਿੰਦਗੀ ਦੇ ਅੰਦਰ ਵਿਕਾਰ ਹਾਵੀ ਹੋ ਜਾਂਦੇ, ਪਾਪ ਹਾਵੀ ਹੋ ਜਾਂਦੇ, ਲੋਭ ਹਾਵੀ ਹੋ ਜਾਂਦਾ ਹੈ। ਇਹ ਲੋਭ, ਇਹ ਵਿਕਾਰ, ਇਹ ਤ੍ਰਿਸ਼ਨਾ, ਇਹ ਮਨ ਨੂੰ ਚੈਨ ਨਹੀਂ ਲੈਣ ਦਿੰਦੇ। ਤੇ ਇਹਦਾ ਕਾਰਨ ਕੀ? ਇਹਦਾ ਕਾਰਨ ਹੈ ਮਨ ਦੇ ਅੰਦਰ ਜਿਹੜੀ ਮੱਤ ਹੈ ਨਾ, ਜਿਹੜੀ ਮੱਤ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਮਨ ਰੇ ਕੌਣ ਕੁਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੇ ਕੀਨੀ। ਮਲਨ ਭਈ ਮਤ ਮਾਧਵਾ, ਤੇਰੀ ਗਤ ਲਖੀ ਨਾ ਜਾਏ, ਕਰ ਕਿਰਪਾ ਭ੍ਰਮ ਚੁਕਈ, ਮੈਂ ਸੁਮਤ ਦਿਓ ਸਮਝਾਏ।
ਜ਼ਿੰਦਗੀ ਦੇ ਅੰਦਰ ਸੁੱਖਾਂ ਦਾ ਇੱਕ ਸਾਧਨ ਹੈ, ਉਹ ਹੈ ਬਾਣੀ। ਬਾਣੀ ਵਿੱਚ ਕੀ ਹੈ? ਗੁਰੂ ਦੀ ਮੱਤ ਹੈ। ਇਸ ਮਨ ਨੂੰ ਗੁਰੂ ਦੀ ਮੱਤ ਦੀ ਜ਼ਰੂਰਤ ਹੈ, ਕਿਉਂਕਿ ਮੱਤ ਕਰਪਟ ਹੋ ਚੁੱਕੀ ਹੈ, ਮੱਤ ਮਲੀਨ ਹੋ ਚੁੱਕੀ ਹੈ। ਹੁਣ ਜੇ ਕਿਸੇ ਬੰਦੇ ਦੀ ਅੱਖ ਬਿਮਾਰ ਹੈ, ਅੱਖ ਰੋਗੀ ਹੈ, ਉਹ ਕਹਿੰਦੇ ਇਹਨੂੰ ਅੱਖ ਨੂੰ ਬਦਲ ਦਿਓ, ਅੱਖ ਦੀ ਪੁਤਲੀ ਬਦਲ ਦਿਓ। ਕਿਡਨੀ ਖਰਾਬ ਹੈ, ਕਿਡਨੀ ਬਦਲ ਦਿਓ। ਲਿਵਰ ਖਰਾਬ ਹੈ, ਲਿਵਰ ਟ੍ਰਾਂਸਪਲਾਂਟੇਸ਼ਨ ਕਰਾ ਦਿਓ। ਜਿਹੜੀ ਚੀਜ਼ ਠੀਕ ਕੰਮ ਨਹੀਂ ਕਰ ਰਹੀ, ਉਸ ਚੀਜ਼ ਨੂੰ ਠੀਕ ਕਰੋ। ਕਦੀ ਨਹੀਂ ਬੰਦਾ ਕਹਿੰਦਾ ਮੈਂ ਖਰਾਬ ਗੁਰਦਿਆਂ ਨਾਲ ਜੀ ਲਾਂਗਾ, ਕੋਈ ਗੱਲ ਨਹੀਂ। ਮੈਂ ਖਰਾਬ ਅੱਖਾਂ ਨਾਲ ਜੀ ਲਾਂਗਾ, ਕੋਈ ਗੱਲ ਨਹੀਂ, ਰਹਿਣ ਦਿਓ ਇਦਾਂ ਹੀ। ਪਰ ਜਦੋਂ ਗੁਰੂ ਦੀ ਮੱਤ ਦੀ ਗੱਲ ਆਉਂਦੀ ਹੈ, ਮਹਾਰਾਜ ਨੇ ਆਖਿਆ ਗੁਰ ਕੀ ਮੱਤ ਤੂੰ ਲੈ ਇਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਕਿਉਂਕਿ ਤੂੰ ਸਿਰਫ ਸਰੀਰ ਨਹੀਂ ਹੈ, ਤੂੰ ਮਨ ਵੀ ਹੈ, ਤੇ ਮਨ ਮੱਤ ਤੋਂ ਬਿਨਾ ਤੰਦਰੁਸਤ ਨਹੀਂ ਹੈ। ਅਸੀਂ ਸਾਰੇ ਸੰਸਾਰੀ ਬੰਦੇ ਗੁਰੂ ਕੋਲ ਆ ਕੇ ਹੀ ਬੇਨਤੀ ਕਰਦੇ, ਸੱਚੇ ਪਾਤਸ਼ਾਹ ਸੁੱਖ ਦਿਓ, ਦੁੱਖ ਕੱਟੋ, ਚਿੰਤਾ ਕੱਟੋ, ਰੋਗ ਕੱਟੋ। ਤੇ ਮਹਾਰਾਜ ਕਹਿੰਦੇ ਨੇ ਕੱਟ ਦਿੰਦੇ ਆ। ਜੇ ਤੂੰ ਮਨ ਦੇ ਅੰਦਰ ਦੁੱਖ ਤੋਂ ਪੀੜਿਤ ਹੈ, ਰੋਗ ਤੋਂ ਪੀੜਿਤ ਹੈ, ਇੱਕ ਗੱਲ ਨੂੰ ਇਹ ਮੰਨ ਕਿ ਮੈਂ ਅੱਜ ਤੱਕ ਜ਼ਿੰਦਗੀ ਦੇ ਅੰਦਰ ਜਿਸ ਤਰੀਕੇ ਦੇ ਨਾਲ ਇਕੱਲਾ ਜੀਵਨ ਬਤੀਤ ਕਰ ਰਿਹਾ, ਉਹ ਨਾ ਕਾਫੀ ਹੈ। ਇਸ ਕਰਕੇ ਗੁਰੂ ਕੋਲ ਆਉਂਦੇ ਆ। ਤੇ ਗੁਰੂ ਮਹਾਰਾਜ ਕਹਿੰਦੇ ਨੇ ਭਾਈ ਤੇਰੀ ਮੱਤ ਬਦਲਣ ਦੀ ਜ਼ਰੂਰਤ ਹੈ। ਆਪਾਂ ਕਹਿ ਦਿੰਦੇ ਵੀ ਇਹਨੂੰ ਖੂਨ ਦੀਆਂ 2 ਬੋਤਲਾਂ ਚੜਾਓ, ਇਹਦੇ ਅੰਦਰ ਖੂਨ ਘੱਟ ਹੈ। ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਰਾਮ। ਇਹਦਾ HB ਕਿੰਨਾ? ਇੰਨਾ। ਇਹਨੂੰ ਖੂਨ ਚੜਾਓ। ਤੇ ਇਹਦੀ ਮੱਤ ਕਿੰਨੀ ਹੈ? ਅਸੀਂ ਸੰਸਾਰੀ ਬੰਦੇ ਹੋਛੀ ਮੱਤ, ਭਇਆ ਮਨ ਹੋਛਾ, ਗੁੜ ਸਾ ਮੱਖੀ ਖਾਇਆ। ਅਸੀਂ ਉਸ ਮੱਖੀ ਦੀ ਤਰ੍ਹਾਂ ਗੁੜ ਦੇ ਉੱਤੇ ਬੈਠੇ ਆ, ਜਿਹੜੀ ਮੱਖੀ ਉਸੇ ਗੁੜ ਵਿੱਚ ਫਸ ਕੇ ਮਰ ਜਾਏਗੀ। ਇਹਨੂੰ ਗੁਰੂ ਦੀ ਮੱਤ ਦੀ ਲੋੜ ਹੈ। ਮੱਤ ਨੂੰ ਐਕਸਚੇਂਜ ਕਰਨ ਦੀ ਜ਼ਰੂਰਤ ਹੈ, ਮੱਤ ਨੂੰ ਬਦਲਣ ਦੀ ਜ਼ਰੂਰਤ ਹੈ। ਗੁਰੂ ਦੀ ਮੱਤ ਮਨੁੱਖਾ ਜ਼ਿੰਦਗੀ ਦੇ ਅੰਦਰ ਸ਼ਬਦ ਰਾਹੀਂ ਮਿਲੇਗੀ, ਪਰਮਾਤਮਾ ਨਾਲ ਸੰਬੰਧ ਮਿਲੇਗਾ, ਮਨ ਅਰੋਗ ਹੋ ਜਾਏਗਾ। ਮਨ ਅਰੋਗ ਹੋ ਜਾਏਗਾ, ਪਰਮ ਸੁੱਖ ਹੋਏਗਾ, ਪਰਮ ਆਨੰਦ ਹੋਏਗਾ। ਪਰ ਕੋਈ ਬੰਦਾ ਇਹ ਨਹੀਂ ਕਹਿੰਦਾ ਕਿ ਮੈਂ ਨਹੀਂ ਇਹ ਗੁਰਦਾ ਲੈਣਾ, ਮੈਂ ਨਹੀਂ ਇਹ ਚੀਜ਼ ਲੈਣੀ, ਮੇਰਾ ਬਦਲ ਦਿਓ। ਪਰ ਜਦੋਂ ਗੁਰੂ ਦੀ ਗੱਲ ਆਉਂਦੀ ਹੈ ਨਾ, ਬੰਦਾ ਬੜਾ ਸੋਚੀ ਪੈ ਜਾਂਦਾ। ਦੇਖੋ, ਜਦੋਂ ਬੰਦੇ ਦਾ ਖੂਨ ਲੈਣਾ ਹੋਵੇ ਨਾ, ਤਾਂ ਕਹਿੰਦੇ ਚੰਗੇ ਜਿਹੇ ਬੰਦੇ ਦਾ ਖੂਨ ਦੇਈਓ, ਬਿਮਾਰ ਬੰਦੇ ਦਾ ਖੂਨ ਨਾ ਦੇਈਓ। ਜਿਹੜੀ ਚੀਜ਼ ਲੈਣੀ ਹੈ ਤੇ ਫਿਰ ਉਹ ਤੰਦਰੁਸਤ ਬੰਦੇ ਲਈ ਹੋਵੇ, ਤੇ ਬੰਦੇ ਨੂੰ ਕੋਈ ਫਿਕਰ ਨਹੀਂ ਹੁੰਦਾ। ਉਹ ਗੁਰੂ ਕੇ ਪਿਆਰਿਓ, ਬ੍ਰਹਮ ਸਰੂਪ, ਨਿਰੰਕਾਰ ਸਰੂਪ ਗੁਰੂ ਦੀ ਮੱਤ, ਗੁਰੂ ਦੀ ਮੱਤ ਅਸੀਂ ਲੈਣ ਵਾਸਤੇ ਤਿਆਰ ਨਹੀਂ। ਗੁਰੂ ਦੀ ਮੱਤ ਜਿਸ ਦੇ ਅੰਦਰ ਲੱਗਦਾ ਵੀ ਸਾਨੂੰ ਕਿਤੇ ਕੋਈ ਕਮੀ ਹੋਏਗੀ, ਕਿਤੇ ਕੋਈ ਘਾਟ ਹੋਏਗੀ, ਕਿਤੇ ਕੋਈ ਨੁਕਸ ਹੋਏਗਾ, ਗੁਰ ਕੀ ਮੱਤ ਤੂੰ ਲੈ ਆਣੇ। ਔਰ ਦੇ ਵੀ ਗੁਰੂ ਫਰੀ ਰਿਹਾ। ਤੁਸੀਂ ਗੁਰਦਾ ਬਦਲਵਾਣਾ 2, 4, 5 ਲੱਖ ਰੁਪਈਆ ਇਕੱਠਾ ਕਰੋਗੇ, ਖੂਨ ਦੀ ਬੋਤਲ ਲੈਣੀ ਹੈ, ਉਹਦੇ ਵਾਸਤੇ 3600 ਟੈਸਟ ਕਰਕੇ ਲਾਓਗੇ। ਅੱਖ ਦਾ ਆਪਰੇਸ਼ਨ ਕਰਾਣਾ, ਉਹ ਅੱਖ ਦਾ ਆਪਰੇਸ਼ਨ ਡਾਕਟਰ 50,000 ਰੁਪਈਆ ਲਊਗਾ। ਗੁਰੂ ਤਾਂ ਸਾਡੇ ਇਹ ਮਨ ਰੂਪੀ ਅੱਖ ਦਾ ਆਪਰੇਸ਼ਨ ਕਰਕੇ ਸਾਨੂੰ ਨਵੀਂ ਮੱਤ, ਸਾਨੂੰ ਨਵੀਂ ਦ੍ਰਿਸ਼ਟੀ, ਸਾਨੂੰ ਨਵਾਂ ਵਿਜ਼ਨ ਦੇ ਰਿਹਾ, ਨਵੀਂ ਸੋਚ ਦੇ ਰਿਹਾ, ਨਵੀਂ ਸਮਝ ਦੇ ਰਿਹਾ, ਨਵਾਂ ਗਿਆਨ ਦੇ ਰਿਹਾ। ਸਾਨੂੰ ਭਰੋਸਾ ਨਹੀਂ, ਕਿਉਂਕਿ ਅਸੀਂ ਅਜੇ ਤੱਕ ਇਹੀ ਸਮਝਦੇ ਵੀ ਨਹੀਂ ਠੀਕ ਹੈ, ਮੇਰੀ ਮੱਤ ਹੀ ਠੀਕ ਹੈ, ਮੇਰੀ ਮੱਤ ਹੀ ਠੀਕ ਹੈ। ਜੇ ਠੀਕ ਹੈ ਤਾਂ ਫਿਰ ਰੱਬ ਕੋਲ ਕੀ ਲੈਣਾ, ਫਿਰ ਗੁਰੂ ਕੋਲੋਂ ਕੀ ਲੈਣਾ। ਤੰਦਰੁਸਤ ਬੰਦਾ ਕਦੀ ਡਾਕਟਰ ਕੋਲ ਨਹੀਂ ਆਂਦਾ। ਜੇ ਆਪਾਂ ਇੰਨੇ ਹੀ ਪਰਮ ਆਨੰਦ ਵਿੱਚ ਆ, ਜੇ ਸਾਨੂੰ ਆਪਣੇ ਆਪ ਦੇ ਉੱਤੇ ਇੰਨਾ ਹੀ ਭਰੋਸਾ ਹੈ, ਤੇ ਫਿਰ ਅਸੀਂ ਗੁਰੂ ਕੋਲੋਂ ਕੀ ਲੈਣਾ ਹੈ। ਜੇ ਜ਼ਿੰਦਗੀ ਦੇ ਅੰਦਰ ਦੁਖੀ ਆ, ਪਰੇਸ਼ਾਨ ਆ, ਚਿੰਤਿਤ ਆ, ਸਟ੍ਰੈਸ ਵਿੱਚ ਹਾਂ, ਸਹਿਜ ਵਿੱਚ ਨਹੀਂ ਆ, ਇਹਦਾ ਮਤਲਬ ਤਾਂ ਹੈ ਨਾ ਕੁਝ ਲੈਣਾ ਪਏਗਾ ਗੁਰੂ ਕੋਲੋਂ। ਤੇ ਜੇ ਗੁਰੂ ਦੇਂਦਾ ਤੇ ਅਸੀਂ ਲੈਂਦੇ ਨਹੀਂ। ਭਾਈ ਗੁਰਦਾਸ ਜੀ ਨੇ ਇੱਕ ਬੜੀ ਵਧੀਆ ਗੱਲ ਕਹੀ, ਪੁੱਛਤ ਪਥਕ ਤੇ ਮਾਰਗ ਨਾ ਧਾਰੇ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ। ਪੁੱਛਤ ਹੈ ਬੈਦ ਖਾਤ ਔਖਦ ਨ ਸੰਜਮ ਸੇ ਕੈਸੇ ਬਿਟੇ ਰੋਗ, ਸੁਖ ਸਹਿਜਾ ਸਮਾਈਏ। ਪੁੱਛਤ ਸੁਹਾਗਨ है कर्म दुहागन के, हृदय विचार कत सेजा बुलाइए। गाए सुने आंखें बीचे पाइए ना परम पद, गुर उपदेश गह जाओ ले ना कमाइए। रस्ता पुछ लेने आपां, रस्ता पुछ लिया, सुन लिया, दसन वाले ने ठीक दसता, हुण तुरना तो पैना ना, उत्थे खड़े खड़े तो नहीं मंजिल ते पहुंच जाना। वैद कोल आके दवाई पुछ लई, रोज कथा कीर्तन सरवण कर लिया। महाराज ने सानू ये औखत दित्ती, कर इशनान सिमर प्रभ अपना, मन तन भये अरोगा। तेरा मन तन अरोग हो जाएगा। कोट बिघन लाथे प्रभ शरणा, प्रभु की शरण में आ तेरे करोड़ा बिघन दास हो जाएंगे। प्रगटे भले संजोगा, तेन जिंदगी के अंदर भला संजोग प्रगट होएगा। ऐ तो महाराज ने दस दिता ने दवाई, तो मैं तो उठना नहीं सवेरे अमृत वेले।
मैं तो नितनेम कर नहीं सकता। भाई साहब जी तुसीं खंड पाठ कर दो, भी तेरी की घालना, तेरी की कमाई। उपदेश तो तेनू दिता महाराज ने, गुर सतगुर का जो सिख अखाए सो भलके उठ हर नाम ते आवे, उद्यम करे भलके प्रभाती, इशनान करे अमृतसर नावे। ये की जिंदगी की जुगत ही है ना, ये औखद ही है ना, ये खानी तो असी है ना, उठना तो असी है। सारा कुछ गुरु साहब ने दस दिता सानू। लोड़ है अमली जीवन की, लोड़ है कमाई करन दी। पूछत है बैद खात औखद न संजम से, कैसे मिटे रोग सुख सहजा समाइए। किवें रोग मिटेगा? पूछत सुहागन है कर्म दुहागन के, गल्लां सुहागना दियां काम दुहागना वर्गे। हृदय विचार कत सेजा बुलाई है। जिंदगी दे अंदर गुरु के प्यारिओ अमली जीवन दे उत्ते जिहड़ी असी करन वाला साडा काम है, जिहड़ा असी परम रस लेना। एक बंदा स्टेशन ते खड़ा, स्टेशन मास्टर नूं पुछा इत्थों जी बंबई किन्नी कुछ दूर है? कहना इत्थों है 800-900 किलोमीटर। दिल्ली किन्नी दूर है जी? इत्थों 400 किलोमीटर दूर। आगरा कहना 600 किलोमीटर दूर है। अच्छा बंबई नूं किहड़ी गड्डी जांदी है? आ गड्डी जांदी है। दिल्ली नूं किहड़ी जांदी? आ जांदी है। आगरे नूं किहड़ी जांदी? आ जांदी। बंबई वाली चलेगी? कहना चलेगी। दिल्ली वाली चलेगी? कहना चलेगी। कहना बजुर्गो तुसीं कित्थे जाना जे? कहना आपां कित्थे जाना, आपां तां लैन ही पार करनी है। वो तूं सिर्फ लैन पार करनी है, गड्डियां सारियां पुछ लईआं। गुरु के प्यारिओ असीं लैन नहीं पार करनी, असीं मंजिल ते पहुंचना है, असीं टिकाणे ते पहुंचना है। ते टिकाणे ते तां ही पहुंचांगे जे गुरु दे कोलों गुरु दी मत, गुरु दा उपदेश, जो सतगुरु सच्चे पातशाह जी ने सानू जीवन की मर्यादा, जीवन का ढंग दसिया है, जो सानू रहत बहत दी है। इस रहत बहत के अंदर आके गुरु के शब्द की कमाई अपने किरत विहार के अंदर कवांगे। 10 नूहां की किरत करने वास्ते गुरु साहब ने सानू दसिया। असीं ठगी मारी जाइए, असीं बेईमानी करी जाइए, तो फिर आखिए गुरु महाराज जी कृपा कर दो। मैं बेनती करा, बंदा बड़ा सियाना बंदा है, किसी ना किसी तरीके सानू कोई लॉजिक की गल तो होनी चाहिए ना। महाराज ने तो बाणी में लिखिया हक पराया नानका उस सूअर उस गाए, गुर पीर हामा तां भरे जा मुरदार ना खाए। असीं कहने दुनिया के अंदर भ्रष्टाचार हो गया, भी कौन करता? बंदा ही करता ना, असीं आप ही करते हैं। महाराज ने सानू किड्डा उच्चा किरदार दिता सी, किड्डी उच्ची सोच दिती सी। काम क्रोध लोभ मोह हंकार तो मुक्त करके महाराज ने जिहड़ी साडी घाड़त कड़ी, गुरुद्वारे तो प्रेरणा है, गुरुद्वारे तो मोटिवेशन है। उस जीवन की, जिस जीवन के उत्ते गुरु के सिखां नूं मान रहा है, जिस जीवन के उत्ते गुरु ने आप वडियाई की है, गुरु ने आप महिमा की, जिस जीवन की, वो जीवन गुरु की कृपा के नाल उन्हां गुरमुखां नूं प्राप्त हुंदा है। उन्हां दे आत्मक दुख जिहड़े हन कट्टे जांदे हन। सतगुरु सच्चे पातशाह जी कहंदे ने, जे सतगुर सेवे सो परवान, काया हंस निर्मल दर सच्चे जान। ਜਿਹੜੇ सतगुरु की सेवा करते हैं, गुरु के हुक्म में तुरते हैं, से प्रवान, प्रवान का अर्थ है वो एक्सैप्टेबल हैं, गुरु की निगाह के अंदर वो प्रवान हो जाते हैं। तिनका खादा पैदा माया सब पवित्र है, जो नाम हर राते। खाना पीना माड़ी गल नहीं है, माया कोई माड़ी गल नहीं है। सतगुरु सच्चे पातशाह जी ने यह नहीं भी साढ़े कोल पदार्थों की किते कमी होवे ना, असी किते खाण पाण के अंदर महाराज ने सानू किसी चीज़ नूं खाण ना खाण की हिदायत दी होवे। महाराज ने सानू 36 किस्म के पदार्थ खाण नूं दिते। तिनका खादा पैदा माया सब पवित्र है, जो नाम हर राते। तिनके तुरे जीन खुरगीर सब पवित्र है, जिन गुरमुख सिख साध संत चढ़ जाते। उन्हां दियां गड्डियां, उन्हां दियां कारां, उन्हां दे व्हीकल्स महंगे तो महंगे। सतगुरु कहंदे ने प्रवान ने, इन्हां विच बैठण वाला गुरमुख बंदा होवे, इन्हां विच गुरमुख बैठा, इन्हां विच खालसा बैठा, इन्हां विच गुरु की कृपा दा पात्र ब्रह्म ज्ञानी बैठा। सतगुरु सच्चे पातशाह जी वो गुरु के सिख नूं प्रवान ने। गुरु की कृपा विच साडा सब कुछ प्रवान है, साडी हर शै प्रवान है। ये दातां सानू सतगुरु ने आप कृपा करके देनियां ने। गुरु घर के अंदर पुत्रां की दात है, गुरु घर के अंदर पदार्थ की दात है, गुरु घर के अंदर रिजक की दात है, गुरु घर के अंदर संसारी पदवियां ने। साडी तो जुत्ती भी जोड़े खाने पई होवे ते कोई ना कोई पालिश कर दिंदा। आखो सतनाम श्री। वो भी इत्थों पालिश होके जाती है, जुत्ती भी उदां दी नहीं जाती, चमक के जाती है, ते असीं भी चमक के जाना। सतगुरु महाराज कहते हैं, इस मनुखा जीवन के अंदर जिन्हां ने नाम नूं दृढ़ किया, उन्हां नूं गुरु के दर तो प्रवानगी मिल गई। जे सतगुर सेवे सो प्रवान,
ਕਾਇਆ ਹੰਸ ਨਿਰਮਲ ਦਰ ਸੱਚੇ ਜਾਨ। ਉਹਨਾਂ ਦੀ ਇਹ ਕਾਇਆ, ਉਹਨਾਂ ਦੀ ਇਹ ਆਤਮਾ ਉਸ ਸੱਚੇ ਮਾਲਕ ਦੇ ਦਰ ਦੇ ਉੱਤੇ ਨਿਰਮਲ ਸਰੂਪ ਦੀ ਵਡਿਆਈ ਪ੍ਰਾਪਤ ਕਰਦੀ ਹੈ। ਹਰ ਸੇਵੇ ਹਰ ਮਨ ਵਸਾਏ, ਸੋਹੇ ਹਰ ਗੁਣ ਗਾਏਂਦਾ। ਹਰੀ ਦਾ ਮਨ ਦੇ ਅੰਦਰ ਨਾਮ ਵਸਾਉਂਦਾ। ਜਿਵੇਂ ਕੱਜਲ ਹੈ, ਅੱਖਾਂ ਦੇ ਅੰਦਰ ਸੁਰਮਾ ਪਾਉਂਦੀਆਂ ਬੀਬੀਆਂ, ਕਿੰਨਾ ਸੋਹਣਾ ਲੱਗਦਾ ਜੇ ਢੰਗ ਨਾਲ ਪਾਇਆ, ਜੇ ਤਰੀਕੇ ਨਾਲ ਪਾਇਆ, ਜੇ ਬੁੱਕ ਭਰ ਕੇ ਪਾ ਲਈਏ। ਥੱਪਣਾ ਨਹੀਂ ਹੈ, ਭਰਨਾ ਨਹੀਂ ਹੈ ਅੱਖਾਂ ਦੇ ਅੰਦਰ ਸੁਰਮਾ। ਇਹ ਮਾਇਆ ਦਾ ਪਾਗਲਪਨ ਜਿਹੜਾ ਹੈ, ਇਹ ਅੰਨੀ ਦੌੜ ਜਿਹੜੀ ਹੈ, ਇਹ ਜ਼ਿੰਦਗੀ ਦੇ ਅੰਦਰ ਪਰਮ ਸੁੱਖ ਨਹੀਂ ਦੇ ਸਕਦੀ। ਇਹਨੂੰ ਢੰਗ ਨਾਲ ਵਰਤਣਾ, ਇਹ ਸਾਡੀ ਜ਼ਿੰਦਗੀ ਦਾ ਸ਼ਿੰਗਾਰ ਬਣ ਜਾਏਗਾ। ਜਿਹੜੀ ਚੀਜ਼ ਸੰਜਮ ਦੇ ਨਾਲ, ਢੰਗ ਦੇ ਨਾਲ ਵਰਤਾਂਗੇ, ਉਹ ਸੁੱਖ ਦੇਗੀ, ਉਹ ਆਨੰਦ ਦੇਗੀ। ਸੁਹਾਗਣ ਇਸਤਰੀ ਨੇ ਸੁਰਮਾ ਅੱਖਾਂ ਦੇ ਵਿੱਚ ਪਾਇਆ, ਉਹਦਾ ਸ਼ਿੰਗਾਰ ਹੈ, ਉਹਨੂੰ ਸੋਹਣਾ ਲੱਗਦਾ, ਕਿਉਂਕਿ ਉਹਨੇ ਢੰਗ ਨਾਲ ਪਾਇਆ, ਸੀਮਿਤ ਮਾਤਰਾ ਵਿੱਚ ਪਾਇਆ, ਤੇ ਇਹ ਚੀਜ਼ ਜਿਹੜੀ ਹੈ ਉਸ ਦੇ ਸ਼ਿੰਗਾਰ ਦਾ ਸਾਧਨ ਬਣ ਗਈ। ਪਰ ਜੇ ਬੁੱਕ ਭਰ ਕੇ ਪਰ ਲਈਏ ਤੇ ਅੱਖਾਂ 'ਚ ਦਿਸਦਾ ਕੁਛ ਨਹੀਂ। ਇਸੇ ਤਰੀਕੇ ਇਹ ਮਨੁੱਖਾ ਦੇਹੀ ਮਾਲਕ ਦੇ ਦਰ ਪ੍ਰਵਾਨ ਹੋ ਜਾਂਦੀ ਹੈ। ਉਸ ਮਾਲਕ ਦੀ ਹਜ਼ੂਰੀ ਦੇ ਅੰਦਰ ਉਹ ਜੀਵ ਪਰਮ ਪਵਿੱਤਰ ਗਿਣੇ ਜਾਂਦੇ ਨੇ, ਜਿਨ੍ਹਾਂ ਨੇ ਇਸ ਮਨੁੱਖਾ ਜੀਵਨ ਦੇ ਅੰਦਰ ਗੁਰੂ ਦੀ ਸ਼ਰਨ ਲਈ ਹੈ, ਗੁਰੂ ਕੋਲੋਂ ਜੀਵਨ ਦੀ ਜੁਗਤ ਸਿੱਖੀ ਹੈ, ਗੁਰੂ ਕੋਲੋਂ ਜੀਵਨ ਦਾ ਢੰਗ ਸਿੱਖਿਆ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਹਰ ਸੇਵੇ ਹਰ ਮਨ ਵਸਾਏ, ਸੋਹੇ ਹਰ ਗੁਣ ਗਾਏਂਦਾ। ਬਿਨ ਭਾਗਾਂ ਗੁਰ ਸੇਵਿਆ ਨਾ ਜਾਏ, ਮਨ ਮੁਖ ਭੂਲੇ ਮੂਏ ਬਿਲ ਲਾਏ। ਜਿਨ ਕੋ ਨਦਰ ਹੋਵੇ ਗੁਰ ਕੇਰੀ, ਹਰ ਜੀਓ ਆਪ ਮਿਲਾਏਂਦਾ। ਉਚਾਰਨ ਕਰੋ ਜੀ ਸਤਨਾਮ ਸ੍ਰੀ। ਫਿਰ ਕਿਰਪਾ ਕਰੋ ਸਤਨਾਮ ਸ੍ਰੀ ਵਾਹਿਗੁਰੂ। ਬਿਨ ਭਾਗਾਂ ਗੁਰ ਸੇਵਿਆ ਨਾ ਜਾਏ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹਨ ਬਈ ਅਸਲ ਦੇ ਅੰਦਰ ਜਿਨ੍ਹਾਂ ਦੇ ਭਾਗ ਨਹੀਂ ਨੇ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ। ਗੁਰ ਪੂਰਾ ਭੇਟਿਓ ਵੱਡ ਭਾਗੀ, ਮਨੇ ਭਇਆ ਪ੍ਰਗਾਸਾ। कोई न पहुँचनहारा दूजा, अपने साहिब का परवासा। अपने सतगुर के बलिहारे, आगे सुख पाछे सुख, सहजा घर आनंद हमारे। दुनियावी तौर के उत्ते आपां नूं ये गल कोई कहे बई तेरी बड़ी वड्डी किस्मत है, तेरे भाग बड़े चंगे हैं, सानूं चंगा लगता है। सतगुरु महाराज भी कहते हैं, जे तू गुरु की शरण में बैठा है, सत संगत कर रहे हैं, गुरु की बाणी तेन पढ़न सुनन नूं मिल रही है, घर बैठिया मिल रही है, सारिया सुख सहूलतां मिल रही ने, बड़ी वड्डी किस्मत है। असी इस मनुखा देही दे अंदर आए, मनुखा देही दे अंदर बड़ी वड्डी किस्मत मिली है। सानू गुरु के सिखां दे घर दे विच जन्म मिलिया है, गुरु के सिखां दे घर विच जन्म लैके बड़ी वड्डी किस्मत मिली है। असी सतगुरु महाराज श्री गुरु ग्रंथ साहिब पातशाह जी की बाणी सरवण कर रहे हैं। ये कोई घट भाग नहीं ने, बड़ी वड्डी किस्मत है। बंदे नूं महाराज पॉजिटिव करते हैं, नैगेटिव नहीं करते। गुरु घर के अंदर किसी गल नूं नैगेटिव ना लिया करो। जे गुर झिड़के तो मीठा लग गया। बाप ने बच्चे नूं कहना ही कहना है, गुरु ने सिखां नूं कहना ही कहना है। जे सिख गुरु की कही हुई गल नूं मन करके मिठा समझ लवे, चंगा समझ लवे, दवाई भावें कौड़ी भी होवे ना, तो जे पता होवे भी दवाई नाल आराम आ जाए ना, बंदा नप घुट के पी लैंदा। डॉक्टर साहब नूं टीका ला दो, कोई लवाना सौखा तो नहीं, पर जे टीका ला के आराम आना तो फिर टीका लगाना ही लगाना पैना। जे किते सर्जरी नाल आराम आंदा तो फिर सर्जरी भी करनी पैंदी है। गल तां इह भी सानूं आराम किद्दां आना है। ये कलयुग दा पसारा है, ये तृष्णा दी अगन है, इस दे अंदर गुजारा नहीं है। गुरु की शरण में पए तो बिना इस मनुखा जीवन के अंदर साडा गुजारा नहीं है। महाराज ने बाणी विच लिख दिता है कि उस अकाल पुरख वाहिगुरू की बंदगी तो बिना, हर के नाम बिना दुख पावै, भगत बिना सहसा नहीं चूके। गुर ये भेद बतावै। गुरु जो कुछ सानू दसेगा ना, भेद की गल दसेगा, राज की गल दसेगा, विचली गल दसेगा। दुनिया दे सानू बड़ी कुछ लगती है, पर जिन्हों फरोल के देखो पता वो लगता दुनिया है की है। पर गुरु नूं तो पता है, गुरु नूं तो सारा पता है। हर के नाम बिना दुख पावै, भगत बिना सहसा नहीं चूकै। भगती तो बिना ये सहसा अंदरला तोखला डर, चिंता, स्ट्रैस, घाऊ माऊ, ये मुकनी नहीं है। ये संजोग विजोग की खेड है, ये नफे नुकसान की खेड है, ये आने जाने की खेड है। ਇਹਦੇ ਵਿੱਚ ਤਾਂ ਰੱਬ ਹੀ ਮਿੱਤਰ ਬਣੇ, ਰੱਬ ਹੀ ਸੰਗੀ ਬਣੇ, ਰੱਬ ਹੀ ਸਹਾਈ ਬਣੇ ਤੇ ਸਾਨੂੰ ਸਹਿਜ ਮਿਲ ਸਕਦਾ। ਇਸ ਕਰਕੇ ਉਸ ਨੂੰ ਮਿੱਤਰ ਬਣਾਉਣ ਦਾ ਉਪਰਾਲਾ ਇੱਕੋ ਹੀ ਹੈ, ਗੁਰੂ ਦੀ ਕਿਰਪਾ।
गुरु के शब्द का वासा, गुरु की बाणी, गुरु की रव रीत। तो सतगुरु सच्चे पातशाह जी कहते हैं काया कोट पक्के हट नाले गुरमुख लेवै वस्त संभाले। जिहड़ा गुरमुख बन के नाम रूपी वस्तु नूं अपने जीवन के अंदर दृढ़ कर लैंदा है, ਉਹਦਾ ਇਹ शरीर पक्का कोट पक्का किला बन जाता है, जिहदे उत्ते कोई हमला नहीं कर सकता। गुरु की किरपा के नाल ऐसी एकाग्रता मिलती है, संसार के अंदर जो कुछ मर्जी हो जाए, जिस बंदे का ध्यान टिक गया ना, जिस बंदे का ध्यान टिक गया, जिस बंदे का ध्यान टिक गया, उस बंदे नूं सुखदेव नूं राजा जनक ने एक अखीरली प्रीखिया विच पाया सी, थाल तेल का भरिया होया ऐ नको नक, कहने लगा भी ये तेरी आखिरी परीक्षा, सारे महल का चक्कर ला के आना पर एक बूंद भी तेल डुलना नहीं चाहिए, जे डुल गया इस महल चों कढ़ देंगा। तो सुखदेव सारे महल का चक्कर ला के आ गया, भरिया होया तेल का भांडा, एक बूंद नहीं डुलिया। आके जो उन्हें पूछया ना, कहना मेरा तो सारा ध्यान ही तेल विच सी, मैनूं पता सी मेरी आखिरी परीक्षा। जिन्होंने पता है ना ये आखिरी मौका है, तो ध्यान सिर्फ गुरु के शब्द से रखे, फिर जिंदगी के अंदर कुछ भी ऐसा नहीं होएगा जिहदे नाल बंदे नूं जम दी मार पवे। तो सतगुरु सच्चे पातशाह जी कहते हर का नाम ध्याए दिन राती उत्तम पदवी पाएंदा। ते अंतम पंक्ति सतगुरु कहते हैं आपे सच्चा है सुखदाता पूरे गुर कै शब्द पछाता। वो मालक आप सारे सुखां दा दाता है, पूरे गुरु की किरपा दे नाल शब्द दे नाल सानू उस अकाल पुरख वाहिगुरू की सूझ पैदा होती, सानू ज्ञान पैदा होता है। आसमान नीला दिसदा पर है नहीं है, धरती अखीर ते जाके किते झुकदी दिसदी है पर झुकदी नहीं है, जो लगदा वो नहीं है, जो है वो गुरु की किरपा नाल पता लगेगा। सर्व सुखां का दाता सतगुर ताकि शरणी पाइए, मालक सुखां का दाता है, नानक नाम सलाहे साचा पूरे भाग को पाएंदा। सतगुरु कहते हैं पूरे भागां दे नाल बिरले गुरमुख जीव वडभागी जीव गुरु की किरपा दे नाल सच नूं प्राप्त करते हैं। आओ सतगुरु जी किरपा करन, नाम बाणी दियां दातां गुरसिੱਖੀ जीवन बख्शण जी। इतनियां को बेनतियां प्रवान करनियां, होइयां पुल्लां दी किमा फतेह बुलाओ। वाहिगुरू जी का खालसा वाहिगुरू जी की फतेह। श्री हरि कृष्ण प्याये, श्री हरि कृष्ण प्याये, जिस डिठे सब दुख